ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਤ ਗੁਰਮਤਿ ਗਿਆਨ ਟੀਵੀ YouTube ਚੈਨਲ ਵੱਲੋਂ ਜੋ ਟੀਮ ਪਿਛਲੇ ਕਾਫੀ ਦੇਰ ਤੋਂ ਲਗਾਤਾਰ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੈ। ਸਵਾਲ ਜਵਾਬ, ਜਨਮ ਸਾਖੀਆਂ ਦੀ ਪੜਚੋਲ ਅਤੇ ਹੋਰ ਗੁਰਮਤਿ ਨਾਲ ਸੰਬੰਧਿਤ ਮੈਟਰ ਤੁਹਾਡੇ ਸਨਮੁਖ ਰੱਖਣ ਦਾ ਅਸੀਂ ਯਤਨ ਕਰਦੇ ਹਾਂ। ਅੱਜ ਫਿਰ ਤੁਹਾਡੇ ਨਾਲ ਸਵਾਲ ਜਵਾਬ ਦਾ 48ਵਾਂ ਭਾਗ ਸਾਂਝਾ ਕਰਨ ਵਾਸਤੇ ਹਾਜ਼ਰ ਹੋਏ ਹਾਂ। ਅਤੇ ਜਿਹੜਾ ਇਹ ਸਵਾਲ ਹੈ, ਸਵਾਲ ਨੰਬਰ ਹੈ 436, ਜਿੱਥੋਂ ਅਸੀਂ ਸ਼ੁਰੂ ਕਰਨ ਲੱਗੇ ਹਾਂ। ਭਾਗ ਹੈ 48ਵਾਂ, ਯਾਨੀ ਕਿ 48ਵਾਂ ਭਾਗ ਹੈ ਜੋ ਆਪਣਾ ਸਵਾਲ ਜਵਾਬ ਦਾ ਸਿਲਸਿਲਾ ਚੱਲਦਾ ਆ ਰਿਹਾ ਹੈ। ਇਹ ਸਵਾਲ ਹੈ ਭਾਈ ਆਕਾਸ਼ਦੀਪ ਵੱਲੋਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਮੇਰਾ ਨਾਮ ਆਕਾਸ਼ਦੀਪ ਸਿੰਘ, ਪਿੰਡ ਭੰਡਾਲਾ, ਜ਼ਿਲ੍ਹਾ ਜਲੰਧਰ। ਤੇ ਆਪਣਾ ਇੱਕ ਸਵਾਲ ਸੀਗਾ ਵੀ ਆਪਾਂ ਆਮ ਹੀ ਸਟੇਜਾਂ ਤੇ ਸੁਣਦੇ ਹਾਂ ਵੀ ਜਦੋਂ ਅਨੰਦਪੁਰ ਸਾਹਿਬ ਨੂੰ ਘੇਰਾ ਪਿਆ ਸੀਗਾ, ਤੇ ਮੈਂ ਸੁਣਿਆ ਤੁਹਾਡੀਆਂ ਰਾਗੀਆਂ ਤੋਂ ਕਹਿੰਦੇ ਵੀ ਇੰਨੀ ਉਤੋਂ ਜਿੱਦਾਂ ਬਾਹਰ ਘੇਰਾ ਪਿਆ ਸੀਗਾ ਵੀ ਇੰਨੇ ਲੱਖਾਂ ਦੇ ਜਿੱਦਾਂ ਮੁਗਲਾਂ ਨੇ ਘੇਰਾ ਪਾਇਆ ਸੀ ਵੀ ਇੱਕ ਇੱਕ ਮੁੱਠ ਮੈਂ ਸੁਣਿਆ ਵੀ ਮਿੱਟੀ ਦੀ ਚੱਕ ਕੇ ਤਾਂ ਆਨੰਦਪੁਰ ਦੇ ਕਿਲੇ ਤੇ ਸਿੱਟੀ ਜਾਂਦੇ, ਤੇ ਕਹਿੰਦੇ ਆਨੰਦਪੁਰ ਦਾ ਜਿਹੜਾ ਕਿਲਾ ਉਹ ਪੂਰਾ ਮਿੱਟੀ 'ਚ ਹੀ ਲੁਕ ਜਾਣਾ ਸੀ। ਤੇ ਜਦੋਂ ਚਮਕੌਰ ਦੀ ਗੜੀ ਨੂੰ ਘੇਰਾ ਪਿਆ ਤੇ ਉਤੋਂ ਜ਼ਫਰਨਾਮੇ 'ਚ ਲਿਖਿਆ ਵੀ ਇੱਦਾਂ 10 ਲੱਖ ਕੁਛ ਇੱਦਾਂ ਮੈਂ ਪੰਕਤੀ ਸੁਣੀ ਸੀਗੀ ਵੀ ਕਹਿੰਦੇ 10 ਲੱਖ ਦਾ ਘੇਰਾ ਪਿਆ ਸੀਗਾ। ਤੇ ਇੱਕ ਮੈਂ ਸੁਣਿਆ ਵੀ ਇੱਕ ਸਿੰਘ ਕਹਿੰਦੇ ਜੀ 1.25 ਲੱਖ ਦੇ ਨਾਲ ਲੜਦਾ। ਜੀ ਇਹ ਸੱਚ ਆ ਤਿੰਨੇ ਹੀ ਗੱਲਾਂ? ਵੀ ਪਹਿਲੀ ਗੱਲ, ਆਨੰਦਪੁਰ ਨੂੰ ਇੰਨਾ ਘੇਰਾ ਪਿਆ ਸੀ ਵੀ ਇੱਕ ਮੁੱਠ ਮਿੱਟੀ ਦੀ ਸੁੱਟ ਦੇ ਤਾਂ ਕਿਲਾ ਲੁਕ ਜਾਣਾ ਸੀ ਮਿੱਟੀ 'ਚ। ਤੇ ਦੂਜੀ ਗੱਲ, ਚਮਕੌਰ ਸਾਹਿਬ ਦੀ ਗੜੀ ਨੂੰ 10 ਲੱਖ ਦਾ ਘੇਰਾ। ਤੇ ਤੀਜੀ ਵੀ ਇੱਕ ਸਿੰਘ ਵੀ 1.25 ਲੱਖ ਨਾਲ ਲੜ ਸਕਦਾ ਹੈ। ਵੀ ਇਹ 3 ਸਵਾਲ ਆ ਆਪਣੇ। ਤੋ ਇਹ ਜਿਹੜਾ ਇਹਨਾਂ ਨੇ ਸਵਾਲ ਕੀਤਾ ਹੈ, ਉਹ ਸਾਡੇ ਪੁਰਾਤਨ ਜੋ ਪਰੰਪਰਾਵਾਂ ਚਲੀਆਂ ਆ ਰਹੀਆਂ ਨੇ, ਜੋ ਸਾਹਿਤ, ਜੋ ਇਤਿਹਾਸ, ਜੋ ਸਾਖੀਆਂ ਸਾਨੂੰ ਸੁਣਨ ਨੂੰ ਮਿਲਦੀਆਂ ਆ ਰਹੀਆਂ ਨੇ, ਉਹਦੇ ਬਾਰੇ ਇਹਨੇ ਕੁਝ ਸਵਾਲ ਕੀਤੇ ਨੇ ਕਿ ਆਨੰਦਪੁਰ ਦੇ ਦੁਆਲੇ ਇੰਨਾ ਲੰਮਾ ਸਮਾਂ ਘੇਰਾ ਪਿਆ ਰਿਹਾ ਦਸਮ ਪਾਤਸ਼ਾਹ ਦੇ ਸਮੇਂ, ਅਤੇ ਇੰਨੀ ਜ਼ਿਆਦਾ ਫੌਜ ਆਲੇ ਦੁਆਲੇ ਉਹਨਾਂ ਨੂੰ ਘੇਰ ਕੇ ਬੈਠੀ ਰਹੀ। ਅਤੇ ਇੱਥੋਂ ਤੱਕ ਵੀ ਕਹਾਣੀਆਂ ਪਾਈਆਂ ਗਈਆਂ ਨੇ ਕਿ ਜੇ ਇੱਕ ਇੱਕ ਮੁੱਠੀ ਰੇਤੇ ਦੀ ਸਾਰੇ ਬਾਹਰਲੇ ਲੋਕ ਚੁੱਕ ਕੇ ਅੰਦਰ ਸੁੱਟਦੇ ਤਾਂ ਉਸ ਆਨੰਦਪੁਰ ਦੇ ਕਿਲੇ ਨੇ ਮਿੱਟੀ ਵਿੱਚ ਹੀ ਦੱਬਿਆ ਜਾਣਾ ਸੀ। ਜਾਂ ਫਿਰ ਇਹ ਵੀ ਮੰਨਿਆ ਜਾਂਦਾ ਹੈ ਕਿ ਇੱਥੇ ਚਮਕੌਰ ਦੀ ਗੜੀ 'ਚ ਇੱਕ ਇੱਕ ਸਿੱਖ 10 ਲੱਖ ਨਾਲ ਲੜਿਆ, ਜਾਣੀ ਕਿ 10 ਲੱਖ ਫੌਜ ਉੱਥੇ ਆਈ। ਅਤੇ ਇਸੇ ਤਰ੍ਹਾਂ ਹੋਰ ਪਤਾ ਨਹੀਂ ਕਿੰਨਾ ਕੁਝ 1.25 ਲੱਖ ਨਾਲ ਇੱਕ ਸਿੱਖ ਲੜਿਆ। ਇਹ ਕਹਾਣੀਆਂ ਬਹੁਤ ਸਾਨੂੰ ਸੁਣਨ ਨੂੰ ਅੱਜ ਤੱਕ ਮਿਲੀਆਂ ਨੇ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਯਾਨੀ ਕਿ ਇਹਨੇ ਇਹ ਸਵਾਲ ਕੀਤਾ, ਸਵਾਲ ਇਹਨੇ ਆਪਣੀ ਆਵਾਜ਼ ਦੇ ਵਿੱਚ ਹੀ ਕਰ ਦਿੱਤਾ ਅਤੇ ਤੁਸੀਂ ਸੁਣ ਲਿਆ। ਗੱਲ ਇਹ ਹੈ, ਜਦੋਂ ਵੀ ਕੋਈ ਕੌਮ, ਉਹ ਸਮਾਜ, ਉੱਥੋਂ ਦੇ ਲੋਕ ਜਿਨ੍ਹਾਂ ਨਾਲ ਇਹ ਘਟਨਾਵਾਂ ਵਾਪਰੀਆਂ ਨੇ, ਜਦੋਂ ਉਹ ਆਪਣੀ ਸੋਚ ਸ਼ਕਤੀ ਨੂੰ ਬੰਦ ਕਰ ਦੇਣ, ਕੇਵਲ ਪੁਰਾਤਨ ਯਾਦਾਂ ਦੇ ਨਾਲ ਜੁੜ ਜਾਣ ਅਤੇ ਵਰਤਮਾਨ ਦੇ ਵਿੱਚ ਉਹਨਾਂ ਕੋਲ ਕੁਝ ਵੀ ਮਾਣਯੋਗ ਨਾ ਹੋਵੇ, ਤਾਂ ਪੁਰਾਤਨ ਕਹਾਣੀਆਂ ਨੂੰ ਫਿਰ ਇਤਨੀਆਂ ਵਧਾ ਚੜ੍ਹਾ ਕੇ ਪੇਸ਼ ਕਰਦੇ ਨੇ ਅਤੇ ਉਹਨਾਂ ਨੂੰ ਲੱਗਣ ਲੱਗ ਪੈਂਦਾ ਕਿ ਸ਼ਾਇਦ ਅਸੀਂ ਇਹਨਾਂ ਕਹਾਣੀਆਂ ਦੇ ਰਾਹੀਂ ਦੁਨੀਆ ਦੇ ਵਿੱਚ ਸਨਮਾਨ ਹਾਸਲ ਕਰ ਲਵਾਂਗੇ, ਜਦੋਂ ਕਿ ਇਹ ਸੱਚ ਨਹੀਂ ਹੈ। ਸਿਆਣੇ ਲੋਕ ਉਹਨਾਂ ਦੀ ਮੂਰਖਤਾ 'ਤੇ ਹੱਸਦੇ ਨੇ, ਭਾਵੇਂ ਸਾਹਮਣੇ ਕੁਝ ਵੀ ਨਾ ਆਖਣ, ਪਰ ਉਹਨਾਂ ਨੂੰ ਪਤਾ ਹੈ ਕਿ ਇਹ ਲੋਕ ਨਾ ਸਮਝ ਨੇ ਅਤੇ ਇਹੋ ਜਿਹੀਆਂ ਕਹਾਣੀਆਂ ਪਾ ਕੇ ਆਪਣੇ ਆਪ ਨੂੰ ਝੂਠੀ ਤਸੱਲੀ ਦੇ ਰਹੇ ਨੇ। ਕਦੀ ਸੋਚ ਕੇ ਵੇਖੋ, ਜੇ ਸੱਚਮੁੱਚ ਹੀ 1.25 ਲੱਖ ਨਾਲ ਲੜਨ ਦਾ ਕਦੇ ਸੱਚ ਵੇਖਣਾ ਹੋਵੇ ਤੁਸੀਂ, ਤਾਂ ਇੱਕ ਐਟਮ ਬੰਬ ਨਾਲ ਦੁਨੀਆ ਤਬਾਹ ਕੀਤੀ ਜਾ ਸਕਦੀ ਹੈ। ਵਿਗਿਆਨੀਆਂ ਨੇ ਇੱਕੋ ਬੰਬ ਦੇ ਨਾਲ, ਇੱਕੋ ਬੰਦੇ ਨੇ ਜੇ ਕਿਤੇ ਉਹ ਬੰਬ ਚਲਾ ਦਿੱਤਾ ਤਾਂ 1.25 ਲੱਖ ਨਹੀਂ, 1.25 ਕਰੋੜ ਨਹੀਂ, ਅਤੇ ਸ਼ਾਇਦ 1.25 ਅਰਬ, ਜਾਂ ਧਰਤੀ ਦੇ ਉੱਤੇ 6-7 ਅਰਬ ਜਿਤਨੀ ਕੁ ਆਬਾਦੀ ਹੈ ਉਹ ਸਾਰੀ ਤਬਾਹ ਹੋ ਸਕਦੀ ਹੈ। ਇੱਕੋ ਵਿਗਿਆਨੀ ਨੇ ਦੁਨੀਆ ਨੂੰ ਤਬਾਹ ਕਰਨ ਦੀ ਤਾਕਤ ਹਾਸਲ ਕਰ ਲਈ ਹੈ ਅਤੇ ਰਾਜਨੀਤਿਕ ਲੋਕਾਂ ਨੂੰ ਉਹ ਤਾਕਤ ਅੱਗੋਂ ਦੇ ਦਿੱਤੀ ਹੈ। ਪਰ ਅਸੀਂ ਪੁਰਾਣੇ ਸਮੇਂ
ਕਿਰਪਾਨ ਲੈ ਕੇ ਇੱਕ ਬੰਦਾ 1.25 ਲੱਖ ਨਾਲ ਲੜਦਾ ਹੈ, ਇਹਦੀਆਂ ਡੀਂਗਾਂ ਮਾਰੀ ਜਾ ਰਹੀਆਂ, ਜਦੋਂ ਕਿ ਇਹ ਸੱਚ ਨਹੀਂ ਹੈ। ਇਹਦੀ ਭਾਵਨਾ ਹੁੰਦੀ ਹੈ ਕਿ ਭਾਵੇਂ ਭਾਈ ਮੈਨੂੰ ਤਾਂ ਸਾਹਮਣੇ 1.25 ਲੱਖ ਆ ਜਾਵੇ ਅਤੇ ਭਾਵੇਂ 1 ਕਰੋੜ ਆ ਜਾਵੇ ਅਤੇ ਭਾਵੇਂ 10 20 50 ਦੁਸ਼ਮਣ ਆ ਜਾਣ, ਮੈਂ ਹਾਰ ਨਹੀਂ ਮੰਨਾਂਗਾ ਅਤੇ ਹਿੱਕ ਤਾਣ ਕੇ ਲੜਾਂਗਾ। ਮੇਰੀ ਜਾਨ ਤਾਂ ਭਾਵੇਂ ਚਲੀ ਜਾਵੇ, ਪਰ ਮੈਂ ਕਦੇ ਵੀ ਇੱਜ਼ਤ ਆਬਰੂ ਗਵਾ ਕੇ ਉਹਨਾਂ ਦੀ ਈਨ ਨਹੀਂ ਮੰਨਾਂਗਾ, ਗੁਲਾਮੀ ਸਵੀਕਾਰ ਨਹੀਂ ਕਰਾਂਗਾ। ਇਹ ਭਾਵਨਾ ਪ੍ਰਗਟ ਕਰਨ ਦੇ ਕਵੀਆਂ ਦੇ ਢੰਗ ਹੁੰਦੇ ਨੇ। ਇਹ ਗੁਰਬਾਣੀ 'ਚ ਵੀ ਇਹੋ ਜਿਹੇ ਢੰਗ ਤਰੀਕੇ ਬਹੁਤ ਨੇ ਅਤੇ ਹੋਰਨਾਂ ਕਵੀਆਂ ਨੇ ਵੀ ਇਹ ਚੀਜ਼ਾਂ ਬਹੁਤ ਲਿਖੀਆਂ ਨੇ। ਇਹਨਾਂ ਨੂੰ ਅੱਖਰ ਅੱਖਰ ਸੱਚ ਨਹੀਂ ਮੰਨਿਆ ਜਾ ਸਕਦਾ ਹੁੰਦਾ। ਜਿਵੇਂ ਅਸੀਂ ਆਮ ਹੀ ਕਹਿ ਦਿੰਦੇ ਹਾਂ ਕਿ ਫਲਾਣਾ ਤਾਂ ਆਕਾਸ਼ ਨੂੰ ਟਾਕੀਆਂ ਲਾਈ ਜਾਂਦਾ ਹੈ। ਹੁਣ ਆਕਾਸ਼ ਕੋ ਟਾਕੀਆਂ ਲਾਉਣ ਲਈ ਚੀਜ਼ ਥੋੜ੍ਹੀ ਹੈ। ਮੇਰਾ ਤਾਂ ਉਹਨੇ ਕਾਲਜਾ ਕੱਢ ਕੇ ਰੱਖ ਦਿੱਤਾ ਅਤੇ ਮੈਨੂੰ ਤਾਂ ਉਹਨੇ ਅੱਗ ਲਾ ਦਿੱਤੀ। ਨਾ ਕਾਲਜਾ ਇੱਦਾਂ ਨਿਕਲਦਾ ਅਤੇ ਨਾ ਇਸ ਤਰ੍ਹਾਂ ਅੱਗ ਲੱਗਦੀ ਹੈ। ਇਹ ਆਪਣੇ ਜਿਹੜੇ ਸੁਭਾਅ ਹੈ ਉਹਨੂੰ ਪ੍ਰਗਟ ਕਰਨ ਦੀ ਸ਼ਬਦਾਵਲੀ ਹੈ, ਇਹ ਢੰਗ ਨੇ। ਇਸੇ ਤਰ੍ਹਾਂ 10 ਲੱਖ ਫੌਜ ਤਾਂ ਉਦੋਂ ਕਿੱਥੋਂ ਹੋਣੀ ਸੀ, ਉਦੋਂ ਤਾਂ ਆਬਾਦੀ ਵੀ ਬਹੁਤ ਥੋੜ੍ਹੀ ਸੀ। ਜਦੋਂ ਕਿਹਾ ਜਾਂਦਾ ਹੈ ਕਿ ਅਨੰਦਪੁਰ ਨੂੰ ਨਹੀਂ ਬਲਕਿ ਚਮਕੌਰ ਦੀ ਗੜੀ ਨੂੰ 10 ਲੱਖ ਦਾ ਘੇਰਾ ਪਾ ਲਿਆ। ਕਦੀ ਸੋਚ ਕੇ ਵੇਖੋ 10 ਲੱਖ ਦੇ ਖਾਣ ਦਾ, ਪੀਣ ਦਾ, ਉਹਨਾਂ ਦੀਆਂ ਜ਼ਿੰਦਗੀ ਦੀਆਂ ਲੋੜਾਂ ਪੂਰੀਆਂ ਕਰਨ ਦਾ ਸਮਾਨ ਕਿੱਥੋਂ ਆਉਂਦਾ ਸੀ? ਉਹ ਬਹਿਣ ਖਲੋਣ ਨੂੰ ਜਗ੍ਹਾ ਕਿੱਥੇ ਸੀ? ਜੇ 10 ਲੱਖ ਬੰਦਾ ਆ ਹੀ ਗਿਆ ਸੀ, ਉਹ ਨਿੱਕੀ ਜਿਹੀ ਗੜੀ ਨੂੰ ਉਹ ਨੇਸ਼ ਤੋਂ ਨਬੂਦ ਕਰ ਸਕਦੇ ਸੀ ਕੁਝ ਹੀ ਮਿੰਟਾਂ ਦੇ ਵਿੱਚ। ਪਰ ਉਹ ਚਾਹੁੰਦੇ ਸੀ, ਗਿਣਤੀ ਵੀ ਉਹਨਾਂ ਦੀ ਘੱਟ ਸੀ ਅਤੇ ਉਹ ਚਾਹੁੰਦੇ ਸੀ ਕਿ ਗੁਰੂ ਸਾਹਿਬ ਨੂੰ ਅਤੇ ਸਿੱਖ ਨੂੰ ਜਿਉਂਦੇ ਜੀ ਫੜਿਆ ਜਾਵੇ ਅਤੇ ਆਪਣੀ ਈਨ ਮਨਾਈ ਜਾਵੇ। ਜਿਵੇਂ ਅਸੀਂ ਚਾਹੁੰਦੇ ਹਾਂ ਉਸ ਤਰ੍ਹਾਂ ਉਹਨਾਂ ਨੂੰ ਕੰਮ ਕਰਨ ਵਾਸਤੇ ਆਖਿਆ ਜਾਵੇ ਅਤੇ ਬਾਅਦ ਦੇ ਵਿੱਚ ਮੁਸਲਮਾਨ ਬਣਾ ਕੇ ਜਾਂ ਆਪਣੀ ਗੁਲਾਮੀ ਸਵੀਕਾਰ ਕਰਵਾ ਕੇ ਉਹਨਾਂ ਨੂੰ ਰਿਹਾ ਵੀ ਕੀਤਾ ਜਾ ਸਕਦਾ ਹੈ। ਅਤੇ ਜੇ ਉਹ ਸਾਡੀ ਗੱਲ ਨਹੀਂ ਮੰਨਣਗੇ ਤਾਂ ਉਹਨਾਂ ਨੂੰ ਅਸੀਂ ਕਤਲ ਵੀ ਕਰ ਦਿਆਂਗੇ। ਇਹ ਭਾਵਨਾਵਾਂ ਉਹਨਾਂ ਦੀਆਂ ਹੋ ਸਕਦੀਆਂ ਨੇ। ਪਰ ਜਦੋਂ ਧਰਮ, ਇਤਿਹਾਸ ਆਦਿਕ ਰੁਜ਼ਗਾਰ ਦਾ ਸਾਧਨ ਬਣ ਜਾਵੇ ਅਤੇ ਲੀਡਰ ਕਿਸੇ ਕੌਮ ਦੇ ਇਸ ਪਾਸੇ ਕਦੀ ਧਿਆਨ ਨਾ ਦੇਣ, ਤਾਂ ਫਿਰ ਝੂਠ 'ਤੇ ਝੂਠ ਕਹਾਣੀਆਂ ਵਧਾ ਚੜ੍ਹਾ ਕੇ ਲੋਕਾਂ ਦੇ ਅੱਗੇ ਰੱਖੀਆਂ ਜਾਂਦੀਆਂ ਨੇ। ਲੰਮੇ ਸਮੇਂ ਤੱਕ ਉਹ ਕਹਾਣੀਆਂ ਬਾਰ-ਬਾਰ ਦੁਹਰਾਈਆਂ ਜਾਣ ਕਰਕੇ ਅਤੇ ਹੌਲੀ ਹੌਲੀ ਉਹ ਆਮ ਲੋਕਾਂ ਨੂੰ ਸੱਚ ਮੰਨਣ ਲੱਗ ਪੈਂਦੇ ਨੇ ਲੋਕ, ਕਿਉਂਕਿ ਉਹਨਾਂ ਬਾਰੇ ਕੋਈ ਖੋਜ ਨਹੀਂ ਹੁੰਦੀ। ਆਮ ਲੋਕਾਂ ਨੂੰ ਵਿਗਿਆਨਕ ਢੰਗ ਨਾਲ ਸੋਚਣ ਦਾ, ਸਮਝਣ ਦਾ ਹਾਲੀ ਪਤਾ ਨਹੀਂ ਹੁੰਦਾ। ਵਿੱਦਿਆ ਉਹਨਾਂ ਕੋਲ ਨਹੀਂ ਹੁੰਦੀ, ਮਾਨਸਿਕ ਵਿਕਾਸ ਉਹਨਾਂ ਦਾ ਹੋਇਆ ਨਹੀਂ ਹੁੰਦਾ ਅਤੇ ਕਿਹੜੀ ਗੱਲ ਸੱਚ ਹੈ ਕਿਹੜੀ ਨਹੀਂ ਹੈ ਉਹਨਾਂ ਨੂੰ ਪਰਖਣ ਦੇ ਸੰਦ ਵੀ ਉਹਨਾਂ ਕੋਲ ਨਹੀਂ ਹੁੰਦੇ। ਬਲਕਿ ਹਾਲਾਤ ਇੱਥੋਂ ਤੱਕ ਨਿੱਘਰੇ ਹੁੰਦੇ ਨੇ, ਜਿਹੜੀ ਗੱਲ ਤੋਂ ਉਹ ਕਦੀ ਝੂਠ ਵੀ ਮੰਨ ਲੈਣ ਅਤੇ ਕਹਿ ਦੇਣ ਇਹ ਤਾਂ ਝੂਠ ਹੈ, ਤਾਂ ਫਿਰ ਪ੍ਰਚਾਰਕ ਲੋਕ ਕਹਿੰਦੇ ਨੇ ਨਹੀਂ ਜੀ, ਗੁਰੂ ਸਾਹਿਬ ਕੋਲੇ ਤਾਂ ਏਡੀ ਵੱਡੀ ਸ਼ਕਤੀ ਸੀ, ਉਹ ਤਾਂ ਸਾਰੀਆਂ ਕਰਾਮਾਤਾਂ ਦੇ ਮਾਲਕ ਸੀ ਅਤੇ ਕੁਝ ਵੀ ਕਰ ਸਕਦੇ ਸੀ। ਅਤੇ ਗੁਰੂ 'ਤੇ ਸ਼ੰਕਾ ਨਹੀਂ ਕਰੀਦਾ, ਗੁਰੂ 'ਤੇ ਸ਼ਰਧਾ ਰੱਖੀ ਦੀ ਹੈ। ਇਹਨਾਂ ਕਹਾਣੀਆਂ ਦੇ ਨਾਲ ਸਾਡੇ ਸਮਾਜ ਨੂੰ ਪੱਥਰ ਵਰਗੇ ਬਣਾ ਦਿੱਤਾ ਗਿਆ ਹੈ। ਪਹਿਲੀ ਗੱਲ ਤਾਂ ਸਾਡਾ ਇਤਿਹਾਸ ਨਵੇਂ ਸਿਰਿਓਂ ਲਿਖਣਾ ਬਣਦਾ ਹੈ ਅਤੇ ਜਿਹੜੀਆਂ ਝੂਠੀਆਂ ਕਹਾਣੀਆਂ ਨੇ ਉਹਨਾਂ ਨੂੰ ਰੱਦ ਕਰਨਾ ਬਣਦਾ ਹੈ ਅਤੇ ਸਾਡੇ ਲੋਕਾਂ ਨੂੰ ਵਿੱਦਿਆ ਦੇਣ ਦੀ ਲੋੜ ਹੈ। ਅਤੇ ਜਿਹੜਾ ਸਾਡੇ ਪ੍ਰਚਾਰਕ ਨੇ, ਇਹਨਾਂ ਨੇ ਰੁਜ਼ਗਾਰ ਦਾ ਸਾਧਨ ਇਤਿਹਾਸ ਨੂੰ ਅਤੇ ਕਥਾ ਨੂੰ ਬਣਾਇਆ ਹੋਇਆ। ਇਸ ਰੁਜ਼ਗਾਰ ਦੇ ਸਾਧਨ ਤੋਂ ਇਹਨਾਂ ਨੂੰ ਬੰਦ ਕਰਨਾ ਚਾਹੀਦਾ ਹੈ, ਮੁਕਤ ਕਰਨਾ ਚਾਹੀਦਾ ਹੈ। ਅਤੇ ਜਿਹੜੇ ਲੋਕ ਪ੍ਰਚਾਰ ਕਰਨ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਜਾਂ ਹੋਰ ਜਿਹੜੀਆਂ ਵੱਡੀਆਂ ਸੰਸਥਾਵਾਂ ਨੇ ਉਹ ਬਕਾਇਦਾ ਇੱਕ ਟ੍ਰੇਨਿੰਗ ਕਰਾਉਣ ਤੋਂ ਬਾਅਦ ਇਮਤਿਹਾਨ ਲੈ ਕੇ ਜਦੋਂ ਪੂਰੀ ਸਿੱਖਿਆ ਲੈ ਲੈਣ ਅਤੇ ਉਹਨਾਂ ਨੂੰ ਸਮਝਣ ਕਿ ਯੋਗ ਢੰਗ ਨਾਲ ਇਹ ਆਪਣੇ ਸਮਾਜ ਦਾ ਭਲਾ ਕਰਨਗੇ, ਪ੍ਰਚਾਰ ਕਰਨਗੇ ਅਤੇ ਉਹਨਾਂ ਨੂੰ ਯੋਗਤਾ ਅਨੁਸਾਰ ਤਨਖਾਹ ਦੇ ਕੇ ਇਸ ਕੰਮ 'ਤੇ ਲਾਇਆ ਜਾਵੇ। ਜਿਹੜਾ ਇਹ ਕੰਮ ਅੱਜ ਚੱਲਿਆ ਹੋਇਆ ਕਿ ਜਿਹੜਾ ਜ਼ਿਆਦਾ ਮੋਮੋ ਠੱਗਣੀਆਂ ਮਾਰਦਾ ਅਤੇ ਉਹਨੂੰ ਬਹੁਤੇ ਪੈਸੇ ਹੋ ਜਾਂਦੇ ਨੇ, ਜਿਹੜਾ ਬਹੁਤੀਆਂ ਸੱਚੀਆਂ ਗੱਲਾਂ ਸੁਣਾ ਦਿੰਦਾ ਉਹਨੂੰ ਤੇ ਸਾਡੇ ਤਖਤਾਂ ਦੇ ਜਥੇਦਾਰ, ਅਖੌਤੀ ਪੁਜਾਰੀ ਇਹ ਪੰਥ 'ਚੋਂ ਵੀ ਛੇਕ ਦਿੰਦੇ ਨੇ। ਸੋ ਇਹੋ ਜਿਹੇ ਝੂਠ ਤੋਂ ਆਪਾਂ ਬਚੀਏ, ਸੰਕੋਚ ਕਰੀਏ। ਇੱਕ ਮੁੱਠੀ ਰੇਤੇ ਦੀ ਨਾਲ ਅਤੇ ਕਦੀ ਆਨੰਦਪੁਰ ਦਾ ਕਿਲ੍ਹਾ ਉਹ ਨਹੀਂ ਖਤਮ ਹੁੰਦਾ ਅਤੇ ਨਾ ਹੀ 10 ਲੱਖ ਦੀ ਫੌਜ ਉੱਥੇ ਆਈ ਹੈ ਚਮਕੌਰ ਦੀ ਗੜੀ 'ਚ। ਇਹ ਕਹਾਣੀਆਂ ਮਗਰੋਂ ਪ੍ਰਚਾਰਕਾਂ ਨੇ ਘੜੀਆਂ ਨੇ, ਸ਼੍ਰੋਮਣੀ ਕਮੇਟੀ ਆਦਿਕ ਨੇ ਇਸ ਪਾਸੇ ਕੋਈ ਕਦੀ ਤਵੱਜੋ ਨਹੀਂ ਦਿੱਤੀ। ਜੇ ਅਸੀਂ ਅਜੇ ਵੀ ਇਸ ਪਾਸੇ ਨਹੀਂ ਸੋਚਾਂਗੇ ਤਾਂ ਹੋਰ ਨਿੱਘਰਦੇ ਚਲੇ ਜਾਵਾਂਗੇ। ਮਾਨਸਿਕ ਵਿਕਾਸ ਹੋਣ ਦੀ ਥਾਂ 'ਤੇ ਸਾਡਾ ਮਾਨਸਿਕ ਨੀਵਾਂਪਣ ਲਗਾਤਾਰ ਹੁੰਦਾ ਜਾਵੇਗਾ ਅਤੇ ਸਮਾਜ ਦੇ ਵਿੱਚ ਅਤੇ ਆਪਣੇ ਆਪ ਦੇ ਵਿੱਚ
ਅਸੀਂ ਇੱਕ ਤਰ੍ਹਾਂ ਦੇ ਨਾਸਮਝ ਅਤੇ ਮੂਰਖ ਗਿਣੇ ਜਾਵਾਂਗੇ। ਇਸ ਪਾਸੇ ਫੌਰੀ ਤੌਰ 'ਤੇ ਧਿਆਨ ਦੇਣ ਦੀ ਜ਼ਰੂਰਤ ਹੈ। ਵੀਰ ਜੀ ਦੂਜਾ ਸਵਾਲ ਵੀ ਨੋਟ ਕਰ ਹੀ ਲਿਓ, ਦਿਮਾਗ 'ਚ ਆ ਗਿਆ। ਦਹਿਲਕ ਤੋਂ ਵੀ ਜਫਰਨਾਮੇ ਦਾ ਅਸਲੀ ਤੱਥ ਕੀ ਆ? ਜਿੱਦਾਂ ਸਰਤਾਜ ਇੰਨਾ ਸਮਝਦਾਰ ਬੰਦਾ ਹੈ ਹਨਾ, ਉਹਨੇ ਵੀ ਜਿੱਦਾਂ ਜਫਰਨਾਮਾ ਗਾ ਦਿੱਤਾ, ਇਹ ਪਿੱਛੇ ਕੀ ਇਹਦਾ ਰੋਲ ਕੀ ਆ ਜਫਰਨਾਮੇ ਦਾ? ਜਿੱਦਾਂ ਸਵਾਲ ਨੰਬਰ 437 ਇਹ ਵੀ ਭਾਈ ਆਕਾਸ਼ਦੀਪ ਸਿੰਘ ਵੱਲੋਂ ਸਵਾਲ ਆਇਆ ਅਤੇ ਇਹਨਾਂ ਨੇ ਬੋਲ ਕੇ ਆਪਣੀ ਹੀ ਆਵਾਜ਼ ਦੇ ਵਿੱਚ ਤੁਹਾਡੇ ਸਨਮੁਖ ਰੱਖ ਦਿੱਤਾ ਹੈ। ਅਤੇ ਇਹ ਵੀ ਜੋ ਸਵਾਲ ਹੈ ਇਹ ਜਫਰਨਾਮੇ ਬਾਰੇ ਹੈ। ਮੈਂ ਇੱਥੇ ਬੇਨਤੀ ਕਰਨੀ ਚਾਹੁੰਦਾ ਕਿ ਜਫਰਨਾਮਾ ਗੁਰੂ ਗੋਬਿੰਦ ਸਿੰਘ ਦੀ ਰਚਨਾ ਨਹੀਂ ਹੈ। ਮੈਂ ਪਹਿਲਾਂ ਵੀ ਇਹਨੂੰ ਆਡੀਓ ਜਾਂ ਵੀਡੀਓ ਬਣਾ ਕੇ ਫੇਸਬੁੱਕ 'ਤੇ ਪਾ ਚੁੱਕਿਆ ਹੋਇਆ ਕਿ ਉਹ ਜਿਹੜਿਆਂ ਨੇ ਸੁਣੀ ਹੈ ਅਤੇ ਕਾਫੀ ਹੱਦ ਤੱਕ ਉਹਦਾ ਵਿਰੋਧ ਵੀ ਕੀਤਾ ਅਤੇ ਕਈਆਂ ਨੇ ਉਹਨੂੰ ਠੀਕ ਵੀ ਮਹਿਸੂਸ ਕੀਤਾ। ਰਹੀ ਗੱਲ ਸਤਿੰਦਰ ਸਰਤਾਜ ਵਰਗਿਆਂ ਦਾ ਇਸ ਜਫਰਨਾਮੇ ਨੂੰ ਇੱਕ ਗੁਰੂ ਗੋਬਿੰਦ ਸਿੰਘ ਦੀ ਰਚਨਾ ਸਮਝ ਕੇ ਸਟੇਜ ਦੇ ਉੱਤੇ ਗਾਉਣਾ ਜਾਂ ਇਹਦੀਆਂ ਆਡੀਓ ਵੀਡੀਓ ਬਣਾ ਕੇ ਸਮਾਜ ਦੇ ਵਿੱਚ ਪ੍ਰਚਲਿਤ ਕਰਨੀਆਂ, ਇਹ ਕੋਈ ਅਕਲਬੰਦੀ ਦਾ ਕੰਮ ਤਾਂ ਨਹੀਂ ਹੈ। ਪਰ ਰੀਸੋ ਰੀਸ ਸਾਰੇ ਸਾਡੇ ਗਾਇਕ ਅਤੇ ਲਿਖਾਰੀ ਇਸ ਤਰ੍ਹਾਂ ਕਰਦੇ ਆ ਰਹੇ ਨੇ। ਇੱਥੋਂ ਤੱਕ ਇਹ ਤਾਂ ਇੱਕ ਆਮ ਗਾਇਕ ਹੈ, ਇਹਨੇ ਆਪਣੀ ਜਿੰਨੀ ਖੋਜ ਹੈ ਉਹਦੇ ਮੁਤਾਬਕ ਆਪਣਾ ਕੰਮ ਕਰ ਦਿੱਤਾ। ਦੋਸ਼ੀ ਇਹ ਨਹੀਂ, ਸਾਡੀਆਂ ਵੱਡੀਆਂ ਵੱਡੀਆਂ ਸੰਸਥਾਵਾਂ ਇਹਨਾਂ ਨੂੰ ਗੁਰੂ ਗੋਬਿੰਦ ਸਿੰਘ ਦੀ ਰਚਨਾ ਅੱਜ ਤੱਕ ਮੰਨਦੀਆਂ ਆ ਰਹੀਆਂ ਨੇ। ਬਹੁਤ ਪਹਿਲਾਂ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਵਾਨਿਤ ਮੁਹੰਮਦ ਰਫੀ ਦਾ ਗਾਇਆ ਗੀਤ, ਜਿਹਨੂੰ ਕਿ ਇਹ ਗੁਰੂ ਗੋਬਿੰਦ ਸਿੰਘ ਦੀ ਰਚਨਾ ਮੰਨਦੇ ਸੀ, ਉਹ ਵੀ ਥਾਂ ਥਾਂ 'ਤੇ ਪ੍ਰਚਲਿਤ ਹੋਇਆ। ਲੋਕਾਂ ਨੇ ਉਹਨੂੰ ਗੁਰੂ ਗੋਬਿੰਦ ਸਿੰਘ ਦੀ ਰਚਨਾ ਮੰਨ ਲਿਆ। ਉਹ ਸੀ ਨਾਨਕ ਨਾਮ ਜਹਾਜ਼ ਹੈ ਫਿਲਮ ਦੇ ਵਿੱਚ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ। ਇਹ ਗੁਰੂ ਗੋਬਿੰਦ ਸਿੰਘ ਦੇ ਨਾਮ ਨਾਲ ਜੋੜ ਕੇ ਇਹਨੂੰ ਸ਼ਬਦ ਕਹਿ ਕੇ ਮੁਹੰਮਦ ਰਫੀ ਵੱਲੋਂ ਗਾਇਆ ਗਿਆ ਨਾਨਕ ਨਾਮ ਜਹਾਜ਼ ਫਿਲਮ ਦੇ ਵਿੱਚ। ਇਹ 1974-75 ਦੇ ਨੇੜੇ ਤੇੜੇ ਦੀ ਸ਼ਾਇਦ ਗੱਲ ਹੈ ਅਤੇ ਉਦੋਂ ਤੱਕ ਵੀ ਇਹ ਸਾਰਾ ਕੁਝ ਚੱਲਦਾ ਆ ਰਿਹਾ ਹੈ। ਅਤੇ ਫਿਰ ਕੁਝ ਵੱਡੀਆਂ ਸੰਸਥਾਵਾਂ ਜਿਵੇਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਹੈ ਲੁਧਿਆਣੇ, ਇਹਨਾਂ ਦਾ ਹੈੱਡਕੁਆਟਰ ਹੈ। ਇਹਨਾਂ ਨੇ ਆਪਣਾ ਕੌਮੀ ਤਰਾਨਾ ਜਿਹੜਾ ਦੇਸ਼ ਸੇਵਾ ਬਰ ਮੋਹੇ ਇਹ ਹੈ ਸ਼ੁਭ ਕਰਮਨ ਤੇ ਕਬੂ ਨਾ ਟਰੋਂ, ਇਹ ਇਹਨਾਂ ਨੇ ਆਪਣਾ ਕੌਮੀ ਤਰਾਨਾ ਬਣਾਇਆ ਹੋਇਆ ਹੈ। ਇਹ ਵੀ ਗੁਰੂ ਗੋਬਿੰਦ ਸਿੰਘ ਦੀ ਰਚਨਾ ਨਹੀਂ ਹੈ, ਪਰ ਇਹਨਾਂ ਨੇ ਅਤੇ ਹੋਰਨਾਂ ਬੇਅੰਤ ਲੋਕਾਂ ਨੇ ਗੁਰੂ ਗੋਬਿੰਦ ਸਿੰਘ ਦੇ ਨਾਮ ਨਾਲ ਜੋੜੀ ਹੋਈ ਹੈ। ਬਹੁਤ ਸਾਰੇ ਖਾਲਸਾ ਸਕੂਲਾਂ ਦੇ ਵਿੱਚ ਜਿਹੜੇ ਸਿੱਖਾਂ ਵੱਲੋਂ ਚਲਾਏ ਜਾਂਦੇ ਨੇ, ਉਹਦੇ ਵਿੱਚ ਬੱਚਿਆਂ ਤੋਂ ਦੇਸ਼ ਸੇਵਾ ਬਰ ਮੋਹੇ ਇਹ ਹੈ ਸਵੇਰ ਵੇਲੇ ਇਹੀ ਕੌਮੀ ਤਰਾਨੇ ਦੇ ਨਾਮ ਥੱਲੇ ਗੀਤ ਗਵਾਇਆ ਜਾਂਦਾ ਹੈ, ਜਦੋਂ ਕਿ ਇਹ ਗੁਰੂ ਗੋਬਿੰਦ ਸਿੰਘ ਦੀ ਰਚਨਾ ਨਹੀਂ ਹੈ ਅਤੇ ਗੁਰੂ ਗੋਬਿੰਦ ਸਿੰਘ ਨੂੰ ਬਦਨਾਮ ਕਰਨ ਵਾਲਾ ਢੰਗ ਹੈ। ਫਿਰ ਰਹੀ ਗੱਲ ਜਫਰਨਾਮਾ ਪੜ੍ਹ ਕੇ ਕਹਾਣੀਆਂ ਦੇ ਮੁਤਾਬਕ ਕਹਿੰਦੇ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਜਫਰਨਾਮਾ ਲਿਖਿਆ ਅਤੇ ਔਰੰਗਜ਼ੇਬ ਦੀ ਮੌਤ ਹੋ ਗਈ। ਅਤੇ ਜੇ ਔਰੰਗਜ਼ੇਬ ਦੀ ਮੌਤ ਇੱਕ ਚਿੱਠੀ ਨਾਲ ਹੋ ਸਕਦੀ ਹੈ, ਫਿਰ ਚਾਰੇ ਸਾਹਿਬਜ਼ਾਦੇ ਸ਼ਹੀਦ ਕਰਵਾਉਣ ਦੀ ਕੀ ਲੋੜ ਸੀ? ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕਰਾਉਣ ਦੀ ਕੀ ਲੋੜ ਸੀ? ਗੁਰੂ ਗੋਬਿੰਦ ਸਿੰਘ ਨੂੰ ਸਾਰੀ ਉਮਰ ਜੰਗ ਯੁੱਧ ਲੜਨ ਦੀ ਕੀ ਲੋੜ ਸੀ? ਅਤੇ ਇਸੇ ਤਰ੍ਹਾਂ ਅਣਗਿਣਤ ਸਿੱਖਾਂ ਨੂੰ ਆਪਣੀਆਂ ਜਾਨਾਂ ਲੇਖੇ ਲਾਉਣ ਦੀ ਕੀ ਲੋੜ ਸੀ? ਅਤੇ ਗੁਰੂ ਗੋਬਿੰਦ ਸਿੰਘ ਜੀ ਬਹੁਤ ਪਹਿਲਾਂ ਹੀ ਇਹ ਚਿੱਠੀ ਲਿਖ ਦਿੰਦੇ, ਜਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਚਿੱਠੀ ਲਿਖ ਦਿੰਦੇ ਔਰੰਗਜ਼ੇਬ ਵੱਲ, ਅਤੇ ਇਹੋ ਜਿਹੀ ਚਿੱਠੀ ਉਹ ਹੁੰਦੀ ਜਿਹਦੇ ਵਿੱਚ ਨਾ ਤਲਵਾਰ ਚਲਾਉਣੀ, ਨਾ ਗੋਲੀ ਚਲਾਉਣੀ, ਅਤੇ ਨਾ ਕੋਈ ਆਪਣੇ 'ਤੇ ਕਲੰਕ ਆਉਣਾ। ਕੇਵਲ ਚਿੱਠੀ ਦੇ ਨਾਲ ਜਿਹੜਾ ਬੰਦਾ ਮਰਦਾ ਹੈ ਅਤੇ ਫਿਰ ਜੰਗ ਯੁੱਧ ਲੜਨਾ, ਇਹ ਕਿਹੜੀ ਸਿਆਣਪ ਹੋਈ? ਆਪਾਂ ਆਮ ਹੀ ਰੋਜ਼ਾਨਾ ਦੀ ਬੋਲਚਾਲ ਦੇ ਵਿੱਚ ਕਹਿ ਦਿੰਦੇ ਹਾਂ ਕਿ ਜਿਹੜਾ ਬੰਦਾ ਗੁੜ ਦਿੱਤਿਆਂ ਮਰੇ ਉਹਨੂੰ ਜ਼ਹਿਰ ਦੇਣ ਦੀ ਕੀ ਲੋੜ ਪਈ ਹੈ? ਜੇ ਔਰੰਗਜ਼ੇਬ ਚਿੱਠੀਆਂ ਨਾਲ ਮਰਦਾ ਹੁੰਦਾ ਤਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਜੰਗ ਯੁੱਧ ਲੜਨ ਦੀ ਕੀ ਲੋੜ ਪਈ ਸੀ? ਪਰ ਅੱਜ ਤੱਕ ਅਸੀਂ ਇਹ ਗੱਲਾਂ ਸੋਚਣ ਵਾਸਤੇ ਤਿਆਰ ਨਹੀਂ ਹਾਂ, ਜਦੋਂ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਜਦੋਂ ਔਰੰਗਜ਼ੇਬ ਦੀ ਮੌਤ ਹੋਈ ਹੈ ਉਦੋਂ ਉਹ 92 ਸਾਲ ਦਾ ਹੋ ਚੁੱਕਿਆ ਹੋਇਆ ਸੀ। ਸਾਡੇ ਗੁਰੂ ਸਾਹਿਬ ਤਾਂ ਜਵਾਨੀ ਦੀ ਉਮਰ ਦੇ ਵਿੱਚ, ਛੋਟੀ ਛੋਟੀ ਉਮਰ ਦੇ ਵਿੱਚ ਵੀ ਜੋਤੀ ਜੋਤ ਸਮਾਉਂਦੇ ਰਹੇ ਨੇ, ਅਤੇ ਔਰੰਗਜ਼ੇਬ ਜਿਹੜਾ ਗੁਰੂ ਸਾਹਿਬ ਦਾ ਵੱਡਾ ਦੁਸ਼ਮਣ ਸੀ ਅਤੇ ਗੁਰੂ ਸਾਹਿਬਾਨਾਂ ਨੂੰ ਅਤੇ ਸਿੱਖਾਂ ਨੂੰ ਤਸੀਹੇ ਦੇ ਦੇ ਕੇ ਮਾਰ ਰਿਹਾ ਸੀ, ਅਤੇ ਉਹ 92 ਸਾਲ ਦੀ ਉਮਰ ਤੱਕ ਜੀਵਤ ਰਿਹਾ। ਰਹੀ ਜਫਰਨਾਮੇ ਦੀ ਚਿੱਠੀ ਦੀ, ਕਿ ਜਿਹੜਾ ਜਫਰਨਾਮੇ ਦੀ ਚਿੱਠੀ ਕਿਹਾ ਜਾਂਦਾ ਗੁਰੂ ਗੋਬਿੰਦ ਸਿੰਘ ਨੇ ਲਿਖੀ ਸੀ ਔਰੰਗਜ਼ੇਬ ਵੱਲ, ਉਹ ਸਿੱਖਾਂ ਕੋਲੇ ਮੁੜ ਕੇ ਕਿਵੇਂ ਆ ਗਈ ਹੈ? ਇੱਕ ਨਿਰਾ ਕੁਫਰ ਤੋਲਿਆ ਗਿਆ।
ਉਦੋਂ ਕੋਈ ਅੱਜ ਵਾਂਗੂ ਵਟਸਐਪ ਗਰੁੱਪ ਨਹੀਂ ਸੀ ਬਣੇ ਹੋਏ ਕਿ ਵਟਸਐਪ ਦੇ ਰਾਹੀਂ ਗੁਰੂ ਗੋਬਿੰਦ ਸਿੰਘ ਨੇ ਇੱਕ ਕਾਪੀ ਉੱਥੇ ਭੇਜ ਦਿੱਤੀ ਅਤੇ ਬਾਕੀ ਆਪਣੇ ਕੋਲ ਰੱਖ ਲਈਆਂ, ਜਾਂ ਫੋਟੋ ਕਾਪੀ ਕਰਾ ਕੇ ਆਪਣੇ ਕੋਲ ਰੱਖ ਲਈ, ਜਾਂ ਉਹਨਾਂ ਦੀਆਂ ਕਿਤਾਬਾਂ ਛਪਵਾ ਲਈਆਂ, ਇੱਕ ਕਿਤਾਬ ਉਹਨੂੰ ਭੇਜ ਦਿੱਤੀ ਅਤੇ ਬਾਕੀ ਆਪਣੇ ਕੋਲ ਰੱਖ ਲਈਆਂ। ਇਹੋ ਜਿਹਾ ਕੁਛ ਵੀ ਨਹੀਂ ਸੀ ਅਤੇ ਨਾ ਇਹ ਜ਼ਫ਼ਰਨਾਮਾ ਗੁਰੂ ਗੋਬਿੰਦ ਸਿੰਘ ਦੀ ਰਚਨਾ ਹੈ। ਮੰਨਿਆ ਜਾਂਦਾ ਹੈ ਕਿ ਇਹ ਸ਼ੇਖ ਸ਼ਾਦੀ ਦੀ ਰਚਨਾ ਹੈ ਅਤੇ ਦਸਮ ਗ੍ਰੰਥ ਉਰਫ ਬਚਿੱਤਰ ਨਾਟਕ ਦੇ ਅਖੀਰ ਦੇ ਵਿੱਚ ਜਿਹੜੀਆਂ ਝੂਠੀਆਂ ਮੁੱਠੀਆਂ ਸਾਖੀਆਂ ਦਿੱਤੀਆਂ ਹੋਈਆਂ ਨੇ, ਇਹ ਜ਼ਫ਼ਰਨਾਮਾ ਵੀ ਉਹਨਾਂ ਸਾਖੀਆਂ ਦਾ ਹੀ ਇੱਕ ਹਿੱਸਾ ਹੈ। ਦਸਵੇਂ ਪਾਤਸ਼ਾਹ ਦੀ ਰਚਨਾ ਇਹ ਨਹੀਂ ਹੈ ਅਤੇ ਸਾਡੇ ਮੱਥੇ ਇਹਨੂੰ ਮੜਿਆ ਗਿਆ ਹੈ ਅਤੇ ਸਾਡੀ ਕੌਮ ਨੂੰ, ਸਾਡੇ ਆਮ ਲੋਕਾਂ ਨੂੰ ਅਤੇ ਸਾਡੇ ਪ੍ਰਚਾਰਕਾਂ ਨੂੰ ਬੇਅੰਤ ਸਾਵਧਾਨ ਹੋਣ ਦੀ ਲੋੜ ਹੈ, ਜਿਹੜੇ ਕਿ ਅਜੇ ਤੱਕ ਉਹ ਹਾਲੀ ਸਟੱਡੀ ਕਰਨ ਨੂੰ, ਸਾਵਧਾਨ ਹੋਣ ਨੂੰ, ਵਿਗਿਆਨਕ ਢੰਗ ਨਾਲ ਸੋਚਣ ਨੂੰ ਵੀ ਉਹ ਤਿਆਰ ਨਹੀਂ ਹੈਗੇ। ਇਸ ਪਾਸੇ ਬਹੁਤ ਕੰਮ ਕਰਨ ਦੀ ਲੋੜ ਹੈ। ਜ਼ਫ਼ਰਨਾਮਾ ਗੁਰੂ ਗੋਬਿੰਦ ਸਿੰਘ ਦੀ ਰਚਨਾ ਨਹੀਂ ਹੈ, ਕਿਸੇ ਹੋਰ ਦੀ ਲਿਖੀ ਹੋਈ ਹੈ, ਜਿਹੜੀ ਕਿ ਬਹੁਤ ਪਹਿਲਾਂ ਤੋਂ ਹੀ ਚੱਲਦੀ ਆ ਰਹੀ ਹੈ। ਸਵਾਲ ਹੋ ਰਿਹਾ ਜੀ, ਇਹ ਆਪਾਂ ਅਰਦਾਸ 'ਚ ਕਹਿੰਦੇ ਆ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀ ਦਾਤ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 6 ਗੁਰੂਆਂ ਦੀ ਬਾਣੀ ਆ, ਤੇ ਫਿਰ ਇਦਾਂ ਕਿਉਂ ਨਹੀਂ ਕਿਹਾ ਜਾਂਦਾ 6 ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਇਹ ਦਸਾਂ ਪਾਤਸ਼ਾਹੀਆਂ ਦੀ ਜੋਤ ਕਿਉਂ ਕਿਹਾ ਜਾਂਦਾ ਜੀ? ਕਿਉਂਕਿ ਆਪਣੇ ਬਾਣੀ ਤਾਂ ਪਹਿਲੇ 5 ਗੁਰੂ ਤੇ 9ਵੇਂ ਗੁਰੂ 6 ਗੁਰੂਆਂ ਦੀ ਬਾਣੀ ਆ, ਇੱਥੇ 10 ਦੀ ਜਗ੍ਹਾ 6 ਅੱਖਰ ਕਿਉਂ ਨਹੀਂ ਆਇਆ ਫਿਰ? ਸਵਾਲ ਨੰਬਰ 438, ਇਹ ਵੀ ਸਵਾਲ ਭਾਈ ਆਕਾਸ਼ਦੀਪ ਸਿੰਘ ਦਾ ਹੈ। ਇਹਨਾਂ ਨੇ ਇਹ ਸਵਾਲ ਕੀਤਾ ਹੈ ਕਿ ਜਦੋਂ ਵੀ ਆਪਾਂ ਅਰਦਾਸ ਕਰਦੇ ਹਾਂ, ਦਸਾਂ ਪਾਤਸ਼ਾਹੀਆਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਕਹਿ ਕੇ ਸੰਬੋਧਨ ਕਰਦੇ ਹਾਂ, ਜਦੋਂ ਕਿ ਇਹਦੇ ਵਿੱਚ ਦਸਾਂ ਪਾਤਸ਼ਾਹੀਆਂ ਦੀ ਬਾਣੀ ਨਹੀਂ ਹੈ, ਬਲਕਿ 6 ਗੁਰੂ ਸਾਹਿਬਾਨ ਦੀ ਬਾਣੀ ਸ਼ਾਮਲ ਹੈ। ਅਤੇ ਮੈਂ ਤਾਂ ਇਹ ਵੀ ਇਹਦੇ ਵਿੱਚ ਜੋੜ ਲੈਣਾ ਬਿਹਤਰ ਸਮਝਦਾ ਕਿ ਕੁੱਲ 35 ਮਹਾਂਪੁਰਖਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੁਭਾਏਮਾਨ ਹੈ, ਪਰ ਕੁਝ ਪਰੰਪਰਾਵਾਂ ਜੁੜ ਜਾਂਦੀਆਂ ਨੇ, ਕਿਉਂਕਿ 10 ਪਾਤਸ਼ਾਹੀਆਂ ਨੇ, 10 ਗੁਰੂਆਂ ਨੇ ਭਾਵੇਂ ਬਾਣੀ ਤਾਂ ਨਹੀਂ ਲਿਖੀ ਸਾਰਿਆਂ ਨੇ, ਸਿਰਫ 6 ਗੁਰੂ ਸਾਹਿਬਾਨ ਨੇ ਬਾਣੀ ਲਿਖੀ ਹੈ, ਪਰ ਸਤਿਕਾਰ ਦੇ ਤੌਰ 'ਤੇ ਅਸੀਂ ਸਾਰਿਆਂ ਨੂੰ ਇੱਕੋ ਰੂਪ, ਇੱਕੋ ਜੋਤ ਜਾਣਦੇ ਹਾਂ। ਭਾਵ ਕਿ ਮਨੁੱਖਤਾ ਦੇ ਭਲੇ ਹਿੱਤ ਸਾਰਿਆਂ ਨੇ ਇੱਕੋ ਵਿਚਾਰਧਾਰਾ ਲੈ ਕੇ ਉਹ ਕੰਮ ਕੀਤਾ। ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਇਹਨਾਂ ਦੇ ਕੋਲੇ ਮੌਜੂਦ ਸੀ, ਭਾਵੇਂ ਉਹ ਭਗਤ ਸਾਹਿਬਾਨ ਨੇ ਵੀ ਲਿਖੀ ਹੈ, ਪਰ ਪ੍ਰਵਾਨਗੀ ਗੁਰੂ ਨਾਨਕ ਅਤੇ ਬਾਕੀ ਗੁਰੂਆਂ ਵੱਲੋਂ ਉਹਨਾਂ ਬਾਣੀ ਨੂੰ ਮਿਲੀ ਹੋਈ ਸੀ। ਅਤੇ ਦਸੇ ਪਾਤਸ਼ਾਹੀਆਂ ਨੇ ਪ੍ਰੈਕਟੀਕਲ ਤੌਰ 'ਤੇ ਜਿਹੜਾ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਬਹੁਤ ਜ਼ਿਆਦਾ ਇਨਸਾਨੀਅਤ ਦੇ ਭਲੇ ਵਾਸਤੇ ਕੰਮ ਕੀਤਾ ਹੈ। ਅਤੇ ਕਬੀਰ ਜੀ, ਰਵਿਦਾਸ ਜੀ, ਨਾਮਦੇਵ ਜੀ, ਉਹ ਬਹੁਤ ਮਹਾਨ ਸਨ, ਆਪੋ ਆਪਣੀ ਥਾਂ 'ਤੇ ਉਹਨਾਂ ਨੇ ਬਹੁਤ ਕੰਮ ਕੀਤਾ, ਪਰ ਕੁਝ ਇੱਕ ਅਜਿਹੀਆਂ ਚੀਜ਼ਾਂ ਜਿਹੜੀਆਂ ਪ੍ਰਚਲਿਤ ਹੋ ਜਾਂਦੀਆਂ ਨੇ ਕਿ ਉਹ ਫਿਰ ਬਦਲਣੀਆਂ ਬਹੁਤ ਔਖੀਆਂ ਹੋ ਜਾਂਦੀਆਂ ਨੇ। ਮਿਸਾਲ ਦੇ ਤੌਰ 'ਤੇ ਕਬੀਰ ਜੀ ਨੇ ਆਪਣੀ ਕੋਈ ਇਸ ਤਰ੍ਹਾਂ ਦੀ ਅੱਗੋਂ ਗੁਰੂ ਦੀ ਲੜੀ, ਭਗਤਾਂ ਦੀ ਲੜੀ, ਆਪਣੀ ਜਿਹੜੀ ਵਿਚਾਰਧਾਰਾ ਹੈ ਉਹਨੂੰ ਲਗਾਤਾਰ ਚੱਲਦੀ ਰੱਖਣ ਵਾਸਤੇ ਕੋਈ ਜਥੇਬੰਦੀ ਖੜੀ ਨਹੀਂ ਕੀਤੀ। ਰਵਿਦਾਸ ਜੀ ਦੀ ਇਸ ਤਰ੍ਹਾਂ ਦੀ ਕੋਈ ਵੱਡੀ ਜਥੇਬੰਦੀ ਜਿਹੜੀ ਕਿ ਆਪਣੀ ਹੋਂਦ ਨੂੰ ਲੋਕਾਂ ਦੇ ਸਨਮੁਖ ਪੇਸ਼ ਕਰ ਸਕੇ, ਉਹਦੀ ਵਿਚਾਰਧਾਰਾ ਲੈ ਕੇ ਕੋਈ ਵੱਡੀ ਜਥੇਬੰਦੀ ਸਾਹਮਣੇ ਨਹੀਂ ਆ ਸਕੀ। ਨਾਮਦੇਵ ਜੀ ਬਹੁਤ ਮਹਾਨ ਸਨ, ਪਰ ਉਹਨਾਂ ਦੀ ਵਿਚਾਰਧਾਰਾ ਨੂੰ ਸਮਾਜ ਤੱਕ ਪਹੁੰਚਾਉਣ ਵਾਸਤੇ ਜਥੇਬੰਦਕ ਢਾਂਚਾ ਖੜਾ ਨਹੀਂ ਹੋ ਸਕਿਆ। ਇਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਆਪਣੇ ਨਾਲ ਜੋੜਿਆ ਅਤੇ ਪੰਜਾਬ ਦੇ ਵਿੱਚ ਇੱਕ ਜਥੇਬੰਦਕ ਢਾਂਚਾ ਖੜਾ ਕੀਤਾ, ਅਤੇ ਇਸ ਜਥੇਬੰਦਕ ਢਾਂਚੇ ਦੇ ਰਾਹੀਂ ਗੁਰੂ ਸਾਹਿਬ ਨੂੰ ਜੰਗ ਯੁੱਧ ਵੀ ਲੜਨੇ ਪਏ, ਸ਼ਹੀਦੀਆਂ ਵੀ ਪਾਉਣੀਆਂ ਪਈਆਂ, ਸਿੱਖਾਂ ਨੂੰ ਵੀ ਮੈਦਾਨ 'ਚ ਨਿੱਤਰਨਾ ਪਿਆ, ਲਗਾਤਾਰ ਪ੍ਰਚਾਰ ਵੀ ਕਰਦੇ ਰਹੇ, ਬਾਣੀ ਇਕੱਤਰ ਵੀ ਕੀਤੀ, ਉਸ ਬਾਣੀ ਦਾ ਇੱਕ ਮਹਾਨ ਗ੍ਰੰਥ ਵੀ ਸਾਡੇ ਸਨਮੁਖ ਰੱਖ ਦਿੱਤਾ। ਇਹ ਬਹੁਤ ਸਾਰੇ ਕਾਰਜ ਜਦੋਂ ਕੀਤੇ ਤਾਂ ਉਹਨਾਂ ਦਾ ਨਾਮ ਜ਼ਿਆਦਾ ਸਾਹਮਣੇ ਆ ਗਿਆ, ਅਤੇ ਸਿੱਖਾਂ ਨੇ ਜਦੋਂ ਅਰਦਾਸ ਘੜੀ ਤਾਂ ਉਸ ਅਰਦਾਸ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਦਸਾਂ ਪਾਤਸ਼ਾਹੀਆਂ ਦੀ ਜੋਤ, ਭਾਵ ਕਿ ਸਾਰਿਆਂ ਦੀ ਵਿਚਾਰਧਾਰਾ ਇਕਸਾਰਤਾ ਵਾਲੀ, ਇਹ ਸਵੀਕਾਰ ਕਰ ਲਿਆ ਗਿਆ। ਹਾਂ, ਜੇ ਕਿਤੇ ਅੱਜ ਸਮੇਂ ਦੇ ਅਨੁਸਾਰ ਨਵੇਂ ਸਿਰਿਓਂ ਸਿੱਖ ਵਿਦਵਾਨਾਂ ਦੀ ਕੋਈ ਮੀਟਿੰਗ ਹੋਵੇ, ਵੱਡਾ ਇਕੱਠ ਹੋਵੇ ਅਤੇ ਸੈਮੀਨਾਰ ਹੋਣ, ਅਤੇ ਇਸ ਤਰ੍ਹਾਂ ਦੀਆਂ ਤਬਦੀਲੀਆਂ ਕੀਤੀਆਂ ਜਾ ਸਕਦੀਆਂ ਨੇ ਕਿ ਇਸ ਤਰ੍ਹਾਂ ਕਹਿਣਾ ਜਾਇਜ਼ ਹੈ
ਕਿ ਇਹਦੇ ਵਿੱਚ ਕੋਈ ਤਬਦੀਲੀ ਵੀ ਕਰਨੀ ਚਾਹੀਦੀ ਹੈ। ਅਤੇ ਭਗਤ ਸਾਹਿਬਾਨਾਂ ਦਾ ਰੁਤਬਾ, ਉਹਨਾਂ ਬਾਰੇ ਵੀ ਵਿਚਾਰ ਕੀਤੀ ਜਾ ਸਕਦੀ ਹੈ। ਅਤੇ ਜਿਹੜੇ ਗੁਰੂ ਸਾਹਿਬਾਨਾਂ ਦਾ ਬਾਣੀ ਨਹੀਂ ਜਿਨ੍ਹਾਂ ਨੇ ਲਿਖੀ, ਉਹਨਾਂ ਦੇ ਬਾਰੇ ਆਪਾਂ ਕੀ ਕਰਨਾ ਹੈ, ਕਿਵੇਂ ਸੰਬੋਧਨ ਕਰਨਾ ਹੈ, ਇਹਦੇ ਬਾਰੇ ਵੀ ਵਿਚਾਰ ਕੀਤੀ ਜਾ ਸਕਦੀ ਹੈ। ਭਾਵ ਹੈ ਕਿ ਮਾਮਲੇ ਬੇਅੰਤ ਨੇ ਜਿਹੜੇ ਕਿ ਅਜੇ ਤੱਕ ਵਿਚਾਰ ਅਧੀਨ ਪਏ ਨੇ। ਬਸ ਪੁਰਾਤਨ ਪਰੰਪਰਾਵਾਂ ਕਹਿ ਕੇ ਸਾਡੇ ਲੀਡਰ, ਸਾਡੇ ਪ੍ਰਚਾਰਕ ਆਪਣੀ ਚਮੜੀ ਬਚਾ ਲੈਂਦੇ ਨੇ, ਪਰ ਅੱਜ ਦੇ ਹਾਲਾਤ ਦੇ ਅਨੁਸਾਰ ਆਪਣੇ ਆਪ ਨੂੰ ਉਹ ਪੇਸ਼ ਨਹੀਂ ਕਰ ਸਕੇ। ਸਾਡੇ ਇਤਿਹਾਸ ਨੂੰ ਅਤੇ ਗੁਰਬਾਣੀ ਦੇ ਅਰਥਾਂ ਨੂੰ ਨਵੀਂ ਵਿਚਾਰਧਾਰਾ ਲੈ ਕੇ ਉਹ ਪੇਸ਼ ਨਹੀਂ ਕਰ ਸਕੇ। ਅੱਜ ਦੇ ਜਿਉਣ ਦੇ ਢੰਗ ਨਾਲ ਸਾਨੂੰ ਗੁਰਬਾਣੀ ਦੇ ਅਰਥ ਕਰਕੇ ਨਹੀਂ ਸਮਝਾ ਸਕੇ। ਇਸ ਕਰਕੇ ਬਹੁਤ ਕੁਝ ਸੋਧਾਂ ਕਰਨ ਦੀ ਲੋੜ ਹੈ ਤਾਂ ਕਿ ਅਸੀਂ ਵਿਗਿਆਨਕ ਨਜ਼ਰੀਏ ਦੇ ਨਾਲ ਆਪਣੀ ਜ਼ਿੰਦਗੀ ਜਿਉ ਸਕੀਏ। ਲੋਕਾਂ ਦੀਆਂ ਨਜ਼ਰਾਂ 'ਚ ਅਸੀਂ ਮਜ਼ਾਕ ਦੇ ਪਾਤਰ ਨਾ ਬਣੀਏ। ਅਤੇ ਬਹੁਤ ਕੁਝ ਇਹੋ ਜਿਹਾ ਹੋਰ ਵੀ ਹੈ ਜਿਹੜਾ ਕਿ ਸੋਧਿਆ ਜਾਣਾ ਜ਼ਰੂਰੀ ਹੈ। ਸੋ ਇੱਥੇ ਹਾਲ ਦੀ ਘੜੀ ਆਪਾਂ ਇਹਦੇ ਵਿੱਚ ਤਬਦੀਲੀ ਨਹੀਂ ਕਰ ਸਕਦੇ। ਇਹ ਤਾਂ ਸਾਰਾ ਜਿਹੜੇ ਸਾਡੇ ਵਿਦਵਾਨ ਨੇ ਉਹ ਰਲ ਮਿਲ ਕੇ ਇੱਕ ਇਕਸਾਰਤਾ ਲਿਆਉਣ ਵਾਸਤੇ ਹੋਰ ਕੰਮਾਂ ਦੇ ਸਮੇਤ ਇਹ ਕੰਮ ਵੀ ਉਹ ਜ਼ਰੂਰ ਕਰਨ ਕਿ ਗੁਰੂ ਗ੍ਰੰਥ ਸਾਹਿਬ ਦੀ ਅਰਦਾਸ ਕਰਨ ਵੇਲੇ ਅਸੀਂ ਕੀ ਕਰਨਾ ਹੈ, ਅਰਦਾਸ ਕਰਨ ਦੀ ਲੋੜ ਹੈ ਕਿ ਨਹੀਂ ਹੈ, ਕੀ ਅਰਦਾਸ ਪੂਰੀ ਹੁੰਦੀ ਹੈ ਕਿ ਨਹੀਂ ਹੁੰਦੀ, ਕੀ ਅਰਦਾਸ ਕਰਕੇ ਚੁੱਪ ਕਰਕੇ ਬਹਿ ਜਾਣਾ ਹੈ ਕਿ ਕੋਈ ਕੰਮ ਵੀ ਕਰਨਾ। ਇਹੋ ਜਿਹੇ ਬਹੁਤ ਸਾਰੇ ਵਿਸ਼ੇ ਅਜੇ ਵਿਚਾਰ ਅਧੀਨ ਪਏ ਨੇ। ਸਾਡੇ ਲੀਡਰਾਂ ਨੂੰ ਇੱਧਰਲੇ ਪਾਸੇ ਸੋਚਣਾ ਚਾਹੀਦਾ। ਉਹ ਜੇ ਨਹੀਂ ਸੋਚਦੇ ਤਾਂ ਅਸੀਂ ਨਿੱਜੀ ਤੌਰ 'ਤੇ ਆਪ ਜ਼ਰੂਰ ਸੋਚੀਏ ਕਿ ਕਿਹੜੀ ਗੱਲ ਸਾਡੇ ਹਿੱਤ ਵਿੱਚ ਹੈ, ਕਿਹੜੀ ਗੁਰੂ ਸਾਹਿਬ ਦਾ ਆਦਰ ਵਧਾਉਣ ਵਾਲੀ ਹੈ, ਸਤਿਕਾਰ ਵਧਾਉਣ ਵਾਲੀ ਹੈ, ਅਤੇ ਕਿਹੜੀ ਗੱਲ ਸਾਨੂੰ ਤਿਆਗ ਦੇਣੀ ਚਾਹੀਦੀ ਹੈ। ਇਹ ਬਹੁਤ ਕੁਝ ਸਾਡੇ 'ਤੇ ਵੀ ਨਿਰਭਰ ਹੈ ਕਿ ਅਸੀਂ ਆਪ ਸਟੱਡੀ ਕਰਨ ਦਾ ਸੁਭਾਅ ਵੀ ਆਪਣੇ ਅੰਦਰ ਪੈਦਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ, ਕਿਸੇ ਸਮਾਗਮ 'ਤੇ ਜਾਈਏ, ਕਿਤੇ ਕੋਈ ਰਾਗੀ ਹੋਵੇ, ਕੋਈ ਕਥਾਵਾਚਕ ਹੋਵੇ, ਕੋਈ ਹੋਰ ਹੋਵੇ, 24,000 ਸਵਾਸਾਂ ਵਾਲੀ ਕਹਾਣੀ ਮੂਹਰੇ ਰੱਖ ਕੇ ਬਹਿ ਜਾਂਦਾ ਵੀ 24,000 ਸਵਾਸ ਤੁਹਾਡੇ ਜਾ ਰਹੇ ਆ ਇੱਕ ਦਿਨ ਦੇ 24 ਘੰਟਿਆਂ ਦੇ। ਮੰਨ ਲਓ ਕੱਲ੍ਹ ਨੂੰ ਅਸੀਂ ਇੰਨੀ ਤਰੱਕੀ ਕਰ ਜਾਂਦੇ ਹਾਂ, ਵੈਸੇ ਸਾਡੇ ਇੰਨੇ ਕਾਰਜ ਕੋਈ ਬਹੁਤੇ ਮਹਾਨ ਨਹੀਂ ਵੀ ਜਿਹੜੇ ਅਸੀਂ ਇੱਥੋਂ ਤੱਕ ਪਹੁੰਚ ਜਾਈਏ। ਚਲੋ ਮੰਨ ਲਓ ਕੋਈ ਗੁਰੂ ਦੀ ਕਿਰਪਾ ਹੋ ਜਾਂਦੀ ਹੈ, ਸਾਡੀ ਪੰਜਾਬੀ ਲੈਂਗੁਏਜ, ਸਾਡੇ ਗੁਰੂ ਗ੍ਰੰਥ ਸਾਹਿਬ ਸਾਰੀ ਦੁਨੀਆ ਤੱਕ ਪਹੁੰਚ ਜਾਂਦੇ, ਸਾਰੀ ਦੁਨੀਆ ਉਹਨੂੰ ਸਮਝਣ ਲੱਗ ਜਾਂਦੀ ਹੈ, ਸਾਰੀ ਦੁਨੀਆ ਦੀ ਅੰਡਰਸਟੈਂਡਿੰਗ ਦੇ ਵਿੱਚ ਆ ਜਾਂਦਾ ਵੀ ਇਹਦੇ ਵਿੱਚ ਕੀ ਲਿਖਿਆ, ਕੀ ਪੰਜਾਬੀ ਬੋਲੀ ਹੈ, ਕੀ ਹੈ। ਜਦੋਂ ਉਹ ਲੋਕ ਇਹਨਾਂ ਨੂੰ 24,000 ਵਾਲਿਆਂ ਨੂੰ ਸੁਣਨਗੇ ਤਾਂ ਸਾਡੀ ਸਾਰੀ ਕੌਮ ਨੂੰ ਮੂਰਖ ਨਹੀਂ ਕਹਿਣਗੇ। ਉਹ ਵਜ੍ਹਾ ਵੀ ਅਸੀਂ ਦਿਨੇ ਤੁਰੇ ਫਿਰਦੇ ਵੀ ਐਵਰੇਜ ਵੈਸੇ ਤਾਂ 12 ਕੀ ਚਲੋ 14 ਮੰਨ ਲਓ, 14 ਸਵਾਸ 1 ਮਿੰਟ 'ਚ ਲੈਂਦੇ ਹਾਂ। 14 ਸਵਾਸ 1 ਮਿੰਟ 'ਚ ਲਏ ਤਾਂ 24 ਘੰਟਿਆਂ ਦੇ ਅੰਦਾਜ਼ਨ 20,000 ਸਵਾਸ ਬਣਦੇ ਆ। ਪਰ ਰਾਤ ਨੂੰ ਜਦੋਂ ਅਸੀਂ ਸੌਣ ਲੱਗਦੇ ਹਾਂ ਉਹ 14 ਤੋਂ ਵੀ ਥੱਲੇ ਆ ਜਾਂਦੇ ਆ, 7-8 'ਤੇ ਰਹਿ ਜਾਂਦੇ ਹੈਗੇ, ਬਹੁਤ ਘੱਟ ਜਾਂਦੇ ਹੈਗੇ। ਅਤੇ ਉਹ ਜਦੋਂ ਇਸ ਗੱਲ ਨੂੰ ਸੁਣਨਗੇ ਵੀ ਇਹਨਾਂ ਨੂੰ ਤਾਂ ਇੰਨਾ ਵੀ ਪਤਾ ਨਹੀਂ ਵੀ ਜਿਹੜੀ ਚੀਜ਼ ਸਾਹਮਣੇ ਦਿਸੀ ਜਾਂਦੀ ਹੈ ਵੀ ਸਾਹ ਲਈ ਜਾਂਦੇ ਹਰ 24 ਘੰਟੇ ਲਈ ਜਾਂਦੇ ਹਾਂ ਅਸੀਂ, ਅਤੇ ਸਾਰੀ ਸਿੱਖ ਕੌਮ ਨੂੰ ਇਹ ਨਹੀਂ ਪਤਾ ਵੀ ਕਿ ਬੰਦਾ 24 ਘੰਟੇ 'ਚ ਕਿੰਨੇ ਸਾਹ ਲੈਂਦਾ ਅਤੇ ਹੋਰ ਇਹਨਾਂ ਕੋਲ ਕਿੰਨਾ ਕੁ ਗਿਆਨ ਹੋਊਗਾ। ਕਿ ਸਾਨੂੰ ਉਹ ਇਸ ਗੱਲ 'ਤੇ ਮੂਰਖ ਨਹੀਂ ਕਹਿਣਗੇ? ਐਕਸਪਲੇਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਾਲ ਨੰਬਰ 439 ਇਸ ਵੀਰ ਦਾ ਸਵਾਲ ਹੈ ਕਿ ਆਮ ਤੌਰ 'ਤੇ ਸਟੇਜਾਂ ਦੇ ਉੱਤੇ ਸੁਣਾਇਆ ਜਾਂਦਾ ਹੈ ਕਿ ਸਾਡੇ 24 ਘੰਟਿਆਂ ਦੇ ਵਿੱਚ ਇੰਨੇ ਸਵਾਸ ਆਉਂਦੇ ਨੇ, ਜਾਣੀ ਕਿ 24,000 ਵਾਲੀ ਜਿਹੜੀ ਕਹਾਣੀ ਸਟੇਜਾਂ ਦੇ ਉੱਤੇ ਸੁਣਾਈ ਜਾਂਦੀ ਹੈ। ਅਤੇ ਕੀ ਇਹ ਸੱਚ ਹੈ? ਇਹਨਾਂ ਨੇ ਜਿਹੜੀ ਵਿਆਖਿਆ ਆਪ ਹੀ ਬੜੇ ਸੋਹਣੇ ਢੰਗ ਨਾਲ ਕਰ ਦਿੱਤੀ ਹੈ, ਜਿਹੜੀ ਕਿ ਤੁਸੀਂ ਸੁਣ ਚੁੱਕੇ ਹੋ। ਇੱਥੇ ਇੱਕ ਇਹ ਝੂਠ ਨਹੀਂ ਹੈ, ਬਲਕਿ ਸਿੱਖਾਂ ਦੀਆਂ ਸਟੇਜਾਂ ਦੇ ਉੱਤੇ ਹਜ਼ਾਰਾਂ ਝੂਠ ਬੋਲੇ ਜਾ ਰਹੇ ਨੇ ਹਰ ਰੋਜ਼। ਇੱਥੋਂ ਤੱਕ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਜਿਹੜੀ ਕਥਾ ਹੁੰਦੀ ਹੈ ਉਹਦੇ 'ਚ ਵੀ ਕੁਫਰ ਤੋਲਣ ਵਾਲੇ ਜਿਹੜੇ ਕਥਾਵਾਚਕ ਆਖੇ ਜਾਂਦੇ ਪੁਜਾਰੀ ਨੇ, ਉਹ ਆ ਕੇ ਝੂਠ ਬੋਲਦੇ ਨੇ ਅਤੇ ਨੀਵੀਆਂ ਪਾ ਕੇ ਅੰਮ੍ਰਿਤਸਰ ਗੁਰੂ ਕੀ ਨਗਰੀ ਜਿੱਥੇ ਕਿਹਾ ਜਾਂਦਾ ਹੈ, ਜਿੱਥੇ ਸਰੋਵਰ ਦੀ ਮਹਾਨਤਾ, ਜਿੱਥੇ ਬੇਰੀ ਦੀ ਮਹਾਨਤਾ, ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਮਹਾਨਤਾ, 84 ਪੌੜੀਆਂ ਦੀ ਮਹਾਨਤਾ ਅਤੇ ਪਤਾ ਨਹੀਂ ਕਾਹਦੀਆਂ ਮਹਾਨਤਾਵਾਂ ਉੱਥੇ ਗਿਣਾਈ ਜਾਂਦੇ ਨੇ, ਉੱਥੇ ਵੀ ਇਹ ਝੂਠੀਆਂ ਕਹਾਣੀਆਂ ਰੋਜ਼ਾਨਾ ਸੁਣਨ ਨੂੰ ਮਿਲ ਜਾਂਦੀਆਂ ਨੇ। ਇੱਥੇ ਇੱਕ ਨਹੀਂ ਕਿ ਜਿਹੜੇ 24,000 ਸਵਾਸ ਨੇ, ਇਹਨਾਂ ਨੇ ਤਾਂ ਗੱਲ ਕੀਤੀ ਹੈ ਕਿ ਦੁਨੀਆ ਵਾਲੇ ਸਾਨੂੰ ਕੀ ਕਹਿਣਗੇ।
ਅਸੀਂ ਆਪਣੇ ਅੰਦਰ ਝਾਤੀ ਮਾਰੀਏ। ਜਿਹੜੀ ਅੱਜ ਦੁਰਗਤ ਸਿੱਖਾਂ ਦੀ ਹੋ ਰਹੀ ਹੈ, ਇਹ ਮੂਰਖਤਾ ਦੇ ਕਾਰਨ, ਘੱਟ ਅਕਲ ਦੇ ਕਾਰਨ ਹੀ ਹੋ ਰਹੀ ਹੈ। ਜੇ ਅਸੀਂ ਅਕਲਮੰਦ ਹੁੰਦੇ ਤਾਂ ਇਹ ਦੁਰਗਤ ਸਾਡੀ ਅੱਜ ਨਾ ਹੁੰਦੀ, ਗੁਲਾਮ ਅਸੀਂ ਨਾ ਹੁੰਦੇ, ਮੜੀਆਂ ਤੇ ਕਬਰਾਂ ਤੇ ਅਸੀਂ ਲੰਮੇ ਨਾ ਪਏ ਹੁੰਦੇ, ਡੇਰੇ ਵਡਭਾਗ ਸਿੰਘ ਦੇ ਆਪਾਂ ਨਾ ਜਾਂਦੇ, ਪੀਰਖਾਨਿਆਂ ਤੇ ਮੱਥੇ ਨਾ ਟੇਕਦੇ। ਜਿਹੜੇ ਹੋਰ ਕਰਮ ਕਾਂਡਾਂ ਤੋਂ ਗੁਰਬਾਣੀ ਨੇ ਰੋਕਿਆ ਤੇ ਮਨੁੱਖਤਾ ਦੇ ਭਲੇ ਵਾਸਤੇ ਉਹ ਜਿਹੜੇ ਕਰਮ ਕਾਂਡ ਕਿਸੇ ਵੀ ਕੰਮ ਨਹੀਂ ਆਉਂਦੇ ਤੇ ਅਸੀਂ ਉਹਦੇ ਤੋਂ ਬਚ ਜਾਂਦੇ, ਪਰ ਇਸ ਤਰ੍ਹਾਂ ਨਹੀਂ ਕਰ ਸਕੇ ਕਿਉਂਕਿ ਅਸੀਂ ਅਕਲਮੰਦ ਨਹੀਂ ਹੋ ਸਕੇ। ਅਜੇ ਤੱਕ ਵੀ ਮੂਰਖ ਬਣੇ ਫਿਰਦੇ ਹਾਂ। ਸਾਡੀਆਂ ਤਾਂ ਅੱਜ ਤੱਕ ਸਾਖੀਆਂ ਦੇ ਵਿੱਚ ਗੁਰੂ ਨਾਨਕ ਸਾਹਿਬ ਤੇ ਮਰਦਾਨਾ ਅੱਖਾਂ ਮੀਟ ਕੇ ਉਡਾਰੀਆਂ ਮਾਰ ਜਾਂਦੇ ਨੇ, ਕਦੀ ਸੱਚਖੰਡ ਚਲੇ ਜਾਂਦੇ ਨੇ, ਕਦੀ ਵੇਈ ਨਦੀ ਵਿੱਚ ਵੀ ਮਾਰ ਜਾਂਦੇ ਨੇ। ਇਹ ਪ੍ਰਚਾਰਕਾਂ ਨੇ ਤੇ ਲਿਖਾਰੀਆਂ ਨੇ ਇਸ ਤਰ੍ਹਾਂ ਦੀਆਂ ਕਹਾਣੀਆਂ ਬੜੀਆਂ ਘੜੀਆਂ ਹੋਈਆਂ ਨੇ। ਕਦੀ ਕਿੱਕਰਾਂ ਦਿਓ ਰੁੱਖਾਂ ਤੋਂ ਇਹ ਮਠਿਆਈ ਝਾੜ ਲੈਂਦੇ ਨੇ ਤੇ ਕਦੀ ਗੁਰੂ ਨਾਨਕ ਸਾਹਿਬ ਮੱਛ ਦੇ ਉੱਤੇ ਸਫ਼ਰ ਕਰਨਾ ਸ਼ੁਰੂ ਕਰ ਦਿੰਦੇ ਨੇ, ਮੱਛ 'ਤੇ ਬਹਿ ਕੇ ਲੰਕਾ ਨੂੰ ਗਏ ਆਖਿਆ ਜਾਂਦਾ ਹੈ। ਤੇ ਹੋਰ ਕਿੰਨਾ ਕੁਝ ਹੈ ਜਿਹੜਾ ਕਿ ਸੁਣਨ ਲੱਗੇ ਵੀ ਸ਼ਰਮ ਆਉਂਦੀ ਹੈ, ਪਰ ਸ਼ਰਮ ਤਾਂ ਆਵੇਗੀ ਜੇ ਸੁਣਨ ਵਾਲੇ ਸਰੋਤਿਆਂ ਨੂੰ ਕੁਝ ਗਿਆਨ ਹੋਵੇ ਤੇ ਉਹਨਾਂ ਨੂੰ ਅਕਲ ਹੋਵੇ ਤੇ ਉਹਨਾਂ ਨੂੰ ਸਮਝ ਆ ਜਾਵੇ। ਜੇ ਤਾਂ ਸਮਝ ਆਵੇ ਫਿਰ ਤਾਂ ਇਹਨਾਂ ਝੂਠੀਆਂ ਕਹਾਣੀਆਂ ਤੋਂ ਸ਼ਰਮ ਆਵੇ। ਜਦੋਂ ਸਮਝ ਹੀ ਕੁਝ ਨਹੀਂ ਆਉਂਦੀ, ਅਕਲ ਦਾ ਖਾਨਾ ਹੀ ਬੰਦ ਹੈ, ਫਿਰ ਸ਼ਰਮ ਕਾਹਨੂੰ ਆਉਣੀ ਹੈ। ਤੋ ਇਹ ਬਹੁਤ ਕੁਝ ਸਾਡੀਆਂ ਸਾਖੀਆਂ 'ਚ ਤੇ ਸੂਰਜ ਪ੍ਰਕਾਸ਼ 'ਚ, ਦਸਮ ਗ੍ਰੰਥ ਵਗੈਰਾ 'ਚ, ਗੁਰਬਿਲਾਸ ਪਾਤਸ਼ਾਹੀ 6ਵੀਂ 'ਚ, ਬਾਲੇ ਵਾਲੀ ਜਨਮ ਸਾਖੀ 'ਚ, ਭਾਈ ਮਨੀ ਸਿੰਘ ਵਾਲੀ ਜਨਮ ਸਾਖੀ 'ਚ ਅਤੇ ਜਿਹੜੇ ਮੌਜੂਦਾ ਸਮੇਂ ਦੇ ਸਾਧਾਂ ਦੇ ਡੇਰੇ ਨੇ, ਇਹਨਾਂ ਦੀਆਂ ਲਿਖੀਆਂ ਕਿਤਾਬਾਂ ਵਿੱਚ ਇਹ ਗੱਪ ਕਹਾਣੀਆਂ ਰੋਜ਼ਾਨਾ ਸੁਣਾਈਆਂ ਜਾਂਦੀਆਂ ਨੇ ਤੇ ਆਮ ਸ਼ਰਧਾਵਾਨ ਬੰਦਾ ਨੀਵੀਂ ਪਾ ਕੇ ਉਹਨਾਂ ਨੂੰ ਸੁਣਦਾ ਆ ਰਿਹਾ ਹੈ। ਗੁਰੂ ਪਿਆਰ ਵਾਲਿਓ, ਇਹਨਾਂ 'ਚ ਕੁਝ ਵੀ ਨਹੀਂ ਰੱਖਿਆ। 24,000 ਦਾ ਕੋਈ ਗਿਣਤੀ ਮਿਣਤੀ ਨਹੀਂ ਹੈ। ਬੱਚੇ ਦੀ ਸਾਹ ਲੈਣ ਦੀ ਸਪੀਡ ਹੈ ਹੋਰ ਹੈ, ਨੌਜਵਾਨ ਦੀ ਸਪੀਡ ਹੋਰ ਹੈ, ਬਿਮਾਰ ਦੀ ਸਪੀਡ ਹੋਰ ਹੈ ਤੇ ਬਜ਼ੁਰਗ ਦੀ ਹੋਰ ਹੈ। ਤੇ ਜੇ ਕਿਤੇ ਜ਼ੋਰਦਾਰ ਕੰਮ ਕਰੀਏ ਤਾਂ ਸਾਹ ਦੀ ਸਪੀਡ ਹੋਰ ਹੋ ਜਾਂਦੀ ਹੈ, ਆਰਾਮ ਕਰ ਰਹੇ ਹੋਈਏ ਤਾਂ ਸਪੀਡ ਹੋਰ ਹੁੰਦੀ ਹੈ। ਤੇ ਬਰਫੀਲੇ ਇਲਾਕਿਆਂ ਦੇ ਵਿੱਚ ਹੋਰ ਹੈ, ਗਰਮੀ ਦੇ ਇਲਾਕਿਆਂ 'ਚ ਹੋਰ ਹੈ। ਇਹਦੀ ਗਿਣਤੀ ਮਿਣਤੀ ਨਹੀਂ ਕੀਤੀ ਜਾ ਸਕਦੀ। ਇਹਦੀ ਗਿਣਤੀ 'ਚੋਂ ਕੱਢਣ ਪਾਉਣ ਨੂੰ ਵੀ ਕੁਝ ਨਹੀਂ ਹੈ। ਮਸਲਾ ਤਾਂ ਇਹ ਸੀ ਕਿ ਅਸੀਂ ਹਰ ਵਕਤ ਪ੍ਰਭੂ ਪਰਮਾਤਮਾ ਦੇ ਨਿਯਮ ਨੂੰ ਯਾਦ ਰੱਖ ਕੇ ਚੰਗੇ ਇਨਸਾਨ ਬਣ ਕੇ ਜ਼ਿੰਦਗੀ ਬਤੀਤ ਕਰਨੀ ਹੈ, ਪਰਉਪਕਾਰ ਕਰਨਾ ਹੈ, ਨੇਕੀ ਕਰਨੀ ਹੈ, ਬੁਰਾਈਆਂ ਤੋਂ ਬਚਣਾ ਹੈ, ਨਸ਼ਿਆਂ ਤੋਂ ਬਚਣਾ ਹੈ, ਸਮਾਜ ਦਾ ਭਲਾ ਕਰਨਾ ਹੈ, ਆਪਣੇ ਪਰਿਵਾਰ ਦੀ ਚੰਗੀ ਪਾਲਣਾ ਕਰਨੀ ਹੈ, ਆਪਣੇ ਫਰਜ਼ਾਂ ਨੂੰ ਪਛਾਣਨਾ ਹੈ, ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਨੇ। ਕੰਮ ਤਾਂ ਇਹ ਸਾਰੇ ਕਰਨੇ ਸੀ ਹਰ ਸਮੇਂ ਪ੍ਰਭੂ ਪਰਮਾਤਮਾ ਨੂੰ ਯਾਦ ਰੱਖ ਕੇ। ਤੇ ਬੁਰਾ ਕੰਮ ਮੈਂ ਨਹੀਂ ਕਰਾਂਗਾ ਕਿਉਂਕਿ ਮੈਨੂੰ ਰੱਬ ਵੇਖਦਾ ਹੈ, ਇਹ ਭਾਵਨਾ ਸਾਡੇ ਮਨ 'ਚ ਹੋਣੀ ਚਾਹੀਦੀ ਸੀ। ਪਰ ਇਹ ਸਾਰਾ ਕੁਝ ਤਾਂ ਸਾਧਾਂ ਬਾਬਿਆਂ ਨੇ ਭੁਲਾ ਦਿੱਤਾ ਤੇ ਅਸੀਂ ਉਹਨਾਂ ਦੇ 24 ਘੰਟੇ ਜਿਹੜੇ 24,000 ਸਵਾਸ ਇਹਦੇ ਚੱਕਰ 'ਚ ਪੈ ਗਏ। ਇਹ ਇੱਕੋ ਹੀ ਚੱਕਰ ਨਹੀਂ ਹੈ ਇਹੋ ਜਿਹਾ। ਸਾਧਾਂ ਦੇ ਡੇਰਿਆਂ ਤੇ ਹੋਰ ਵੀ ਕੂੜ ਕੁਫਰ ਕਹਾਣੀਆਂ ਬਹੁਤ ਸੁਣਾਈਆਂ ਜਾਂਦੀਆਂ ਨੇ। ਕਿੰਨੇ ਸਾਰੇ ਸਾਧ ਤਾਂ ਆਪਣੇ ਪੈਰਾਂ ਦਾ ਪਾਣੀ ਵੀ ਲੋਕਾਂ ਨੂੰ ਪਿਆਉਂਦੇ ਨੇ ਤੇ ਆਪਣੀ ਜੂਠ ਵੀ ਲੋਕਾਂ ਨੂੰ ਖਵਾਉਂਦੇ ਨੇ, ਆਪਣੇ ਕਛਹਿਰੇ ਦਾ ਪਾਣੀ ਵੀ ਲੋਕਾਂ ਨੂੰ ਪਿਆ ਦਿੰਦੇ ਨੇ ਤੇ ਬੱਚਿਆਂ ਦੇ ਨਾਲ ਡੇਰਿਆਂ ਦੇ ਉੱਤੇ ਦੁਸ਼ਟ ਕਰਮ ਵੀ ਹੁੰਦੇ ਨੇ। ਇਹ ਬਹੁਤ ਕੁਝ ਮੈਂ ਦੇਖ ਚੁੱਕਿਆ, ਪਰਖ ਚੁੱਕਿਆ, ਸੁਣ ਚੁੱਕਿਆ, ਲੋਕਾਂ ਨੂੰ ਵੱਡੇ ਵੱਡਿਆਂ ਨੂੰ ਮਿਲ ਚੁੱਕਿਆ, ਜਥੇਦਾਰਾਂ ਤੱਕ ਨਾਲ ਰਹਿ ਕੇ ਇਹ ਸਾਰਾ ਕੁਝ ਉਹਨਾਂ ਨਾਲ ਵਿਚਾਰ ਚੁੱਕਿਆ। ਤੇ ਕਿੰਨੀਆਂ ਸਾਰੀਆਂ ਚਿੱਠੀਆਂ ਲੋਕਾਂ ਵੱਲੋਂ ਆਉਂਦੀਆਂ ਨੇ, ਦੁਖਿਆਰਿਆਂ ਵੱਲੋਂ, ਕਿ ਸਾਡੇ ਬੱਚਿਆਂ ਨਾਲ ਜਾਂ ਸਾਡੇ ਪਰਿਵਾਰ ਨਾਲ ਇਹਨਾਂ ਡੇਰਿਆਂ 'ਚ ਇਹ ਭਾਣੇ ਵਾਪਰ ਗਏ ਨੇ, ਇਹਨਾਂ ਤੋਂ ਕਿਵੇਂ ਬਚੀਏ, ਇਹਨਾਂ 'ਤੇ ਕੀ ਕਰੀਏ। ਇਹ ਬਹੁਤ ਕੁਝ ਸਾਨੂੰ ਆਲੇ ਦੁਆਲੇ ਵੇਖਣ ਨੂੰ ਪਰਖਣ ਨੂੰ ਮਿਲ ਸਕਦਾ ਹੈ। ਪਰ ਆਪਣੀਆਂ ਗਿਆਨ ਦੀਆਂ ਅੱਖਾਂ ਜੇ ਖੋਲਾਂਗੇ, ਦਿਮਾਗ ਆਪਣਾ ਵਿਕਸਿਤ ਕਰਾਂਗੇ। ਇਹ 24,000 ਦਾ ਚੱਕਰ ਹੈ ਜਿਹੜਾ, ਇਹ ਇੱਕ ਨਹੀਂ ਹੈ। ਸਾਨੂੰ ਜ਼ਿੰਦਗੀ ਨੂੰ ਸਾਰੀ ਨੂੰ ਚੱਕਰ ਵਿਊ ਦੇ ਵਿੱਚ ਇਹਨਾਂ ਡੇਰੇਦਾਰਾਂ ਨੇ ਪਾ ਦਿੱਤਾ ਹੈ। ਪਹਿਲੀ ਗੱਲ ਤਾਂ ਆਪਣੇ ਅੰਦਰ ਯੋਗਤਾ ਸਮਰੱਥਾ ਪੈਦਾ ਕਰੋ ਕਿ ਮੈਂ ਕਿਸੇ ਡੇਰੇਦਾਰ ਦੇ ਪੈਰਾਂ 'ਤੇ ਲੰਮਾ ਨਹੀਂ ਪੈਣਾ, ਡੇਰੇਦਾਰ ਦੀਆਂ ਝੂਠੀਆਂ ਸਾਖੀਆਂ 'ਤੇ ਮੈਂ ਯਕੀਨ ਨਹੀਂ ਕਰਨਾ, ਮੈਨੂੰ ਡੇਰੇ 'ਤੇ ਜਾ ਕੇ ਆਪਣੀ ਭੇਟਾ ਪੂਜਾ ਦੇਣ ਦੀ ਲੋੜ ਨਹੀਂ ਹੈ, ਉੱਥੇ ਮੈਂ ਆਪਣਾ ਸਮਾਂ ਬਰਬਾਦ ਨਹੀਂ ਕਰਨਾ। ਜਦੋਂ ਮੇਰੇ ਕੋਲੇ ਸਮਾਂ ਹੋਵੇਗਾ ਮੈਂ ਗੁਰਬਾਣੀ ਆਪ ਪੜ੍ਹਾਂਗਾ, ਇਹਨੂੰ ਸਮਝ ਲਵਾਂਗਾ। ਤੇ ਜੇ ਪੋਥੀਆਂ ਟੀਕੇ ਲੈ ਕੇ
ਮੈਨੂੰ ਸਮਝ ਆ ਸਕਦੀ ਹੈ ਤੇ ਮੈਂ ਉਹ ਟੀਕੇ ਲੈ ਲਵਾਂਗਾ ਤੇ ਆਪਣੀ ਜ਼ਿੰਦਗੀ 'ਚ ਗੁਰਬਾਣੀ ਦੇ ਅਸੂਲਾਂ ਨੂੰ ਫਿਰ ਮੈਂ ਲਾਗੂ ਕਰਾਂਗਾ। ਇਸ ਤਰ੍ਹਾਂ ਗੁਰਬਾਣੀ ਦੇ ਅਨੁਸਾਰ ਆਪਣੀ ਜ਼ਿੰਦਗੀ ਜੀਵਾਂਗਾ, ਆਪਣੇ ਪਰਿਵਾਰ ਨੂੰ ਇਸ ਪਾਸੇ ਤੋਰਾਂਗਾ, ਕੁਝ ਨਾ ਕੁਝ ਸਮਾਜ ਨੂੰ ਸੇਧ ਦੇਣ ਦਾ ਉਪਰਾਲਾ ਕਰਾਂਗਾ, ਆਪਣਾ ਯੋਗਦਾਨ ਪਾਵਾਂਗਾ। ਕੰਮ ਤਾਂ ਇਹ ਸੀ ਕਰਨੇ ਕਿ ਚੰਗੇ ਇਨਸਾਨ ਬਣਨਾ, ਨਹੀਂ ਤੇ ਦੁਨੀਆ ਦੇ ਵਿੱਚ ਅਸੀਂ ਪਹਿਲਾਂ ਵੀ ਬਹੁਤ ਮਜ਼ਾਕ ਦੇ ਪਾਤਰ ਹੀ ਬਣੇ ਹੋਏ ਹਾਂ। ਜਿੱਥੇ ਵੀ ਜਾਂਦੇ ਨੇ ਸਿੱਖ, ਉੱਥੇ ਆਪਣੀਆਂ ਮੰਦ ਕਰਤੂਤਾਂ ਕਰਨ ਤੋਂ ਬਾਜ ਨਹੀਂ ਆਉਂਦੇ ਤੇ ਕੋਈ ਵਿਰਲੇ ਨੇ ਜਿਹੜੇ ਆਪਣੀ ਨਿੱਜੀ ਮਿਹਨਤ ਦੇ ਨਾਲ ਅੱਗੇ ਲੰਘ ਜਾਂਦੇ ਨੇ, ਕੋਈ ਚੰਗਾ ਨਾਮਣਾ ਖੱਟ ਜਾਂਦੇ ਨੇ, ਕੋਈ ਸਮਾਜ ਦੇ ਵਿੱਚ ਪਛਾਣ ਬਣਾ ਜਾਂਦੇ ਨੇ। ਨਹੀਂ ਤਾਂ ਇਉਂ ਕਹਿ ਲਈਏ 90-95% ਗਿਣਤੀ ਸਿੱਖਾਂ ਦੀ ਕੇਵਲ ਭੇਡਾਂ ਵਾਂਗੂ ਜ਼ਿੰਦਗੀ ਬਤੀਤ ਕਰ ਰਹੀ ਹੈ। ਗੁਰਬਾਣੀ ਵੱਲੋਂ ਅਤੇ ਬਾਕੀ ਜਿਹੜੀਆਂ ਮਾਨਸਿਕ ਵਿਕਾਸ ਹੈ ਉਹਦੇ ਵੱਲੋਂ ਜ਼ੀਰੋ ਦੇ ਨੇੜੇ ਤੇੜੀ ਖਲੋਤੀ ਹੋਈ ਹੈ। ਕੇਵਲ ਪੇਟ ਪੂਰਤੀ ਕਰ ਲੈਣੀ ਤੇ ਜ਼ਿੰਦਗੀ ਜਿਉ ਲੈਣੀ ਤੇ ਗੁਰਬਾਣੀ ਨੂੰ ਮੱਥਾ ਟੇਕ ਲੈਣਾ, ਸੁਖਣਾ ਸੁੱਖ ਲੈਣੀ ਆ, ਅਰਦਾਸਾਂ ਕਰ ਲੈਣੀਆਂ, ਅੱਖਾਂ ਮੀਟ ਕੇ ਸਿਮਰਨ ਕਰ ਲੈਣਾ ਜਾਂ ਕਿਸੇ ਸਾਧ ਦੇ ਪੈਰਾਂ ਤੇ ਲੰਮੇ ਪੈ ਜਾਣਾ, ਇਹ ਪਖੰਡ ਦੇ ਵਿੱਚ ਤਾਂ ਸਿੱਖ ਬਹੁਤ ਪੈ ਗਏ ਨੇ, ਪਰ ਉਹਨਾਂ ਨੂੰ ਮਾਨਸਿਕ ਵਿਕਾਸ ਕਰਨ ਦਾ ਕਦੇ ਮੌਕਾ ਨਹੀਂ ਮਿਲਿਆ ਤੇ ਆਪ ਉਹਨਾਂ ਨੇ ਖੁਦ ਹਿੰਮਤ ਨਹੀਂ ਕੀਤੀ। ਇਹ 24,000 ਅਤੇ ਹੋਰ ਜਿਹੜਾ ਚੱਕਰ ਹੈ ਇਹਦੇ ਤੋਂ ਬਾਹਰ ਆਓ, ਅਸੀਂ ਆਪਣੀ ਜ਼ਿੰਦਗੀ ਨੂੰ ਸੋਹਣੀ ਬਣਾ ਕੇ ਚੰਗੇ ਇਨਸਾਨ ਬਣ ਕੇ ਇਹਦੀ ਜ਼ਿੰਦਗੀ ਦੀ ਵਰਤੋਂ ਕਰਨੀ ਸਿੱਖੀਏ। ਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਸਿਰਫ ਇੰਨਾ ਕੁ ਵਿਚਾਰ ਰੱਖਣਾ ਚਾਹੁੰਦਾ ਹਾਂ ਕਿ ਅਸੀਂ ਗੁਰੂਆਂ ਨੂੰ ਬਹੁਤ ਜ਼ਿਆਦਾ ਪ੍ਰਾਇਓਰਟੀ ਦਿੰਦੇ ਹਾਂ, ਪਰ ਭਗਤਾਂ ਦੀ ਬਾਣੀ ਵੀ ਅਮੁੱਲ ਹੈ ਅਤੇ ਉਹਨਾਂ ਭਗਤਾਂ ਬਾਰੇ ਵੀ ਥੋੜ੍ਹਾ ਜਿਹਾ ਸਾਨੂੰ ਆਦਰ ਸਤਿਕਾਰ ਕਰਨਾ ਚਾਹੀਦਾ ਆ। ਅਤੇ ਉਹਨਾਂ ਬਾਰੇ ਕੁਛ ਤੁਸੀਂ ਆਪਣੇ ਵਿਚਾਰ ਮੈਨੂੰ ਜ਼ਰੂਰ ਦੱਸੋ। ਔਰ ਅਗਰ ਉਹਨਾਂ ਭਗਤਾਂ ਨੂੰ ਵੀ ਅਗਰ ਅਸੀਂ ਬਹੁਤ ਜ਼ਿਆਦਾ ਆਦਰ ਸਤਿਕਾਰ ਦਿੰਦੇ ਹਾਂ ਅਤੇ ਜਾਂ ਦੇ ਸਕਦੇ ਹਾਂ ਅਤੇ ਕੋਈ ਉਹਦੇ ਲਈ ਉਪਰਾਲਾ ਕਰ ਸਕਦੇ ਹਾਂ, ਅਤੇ ਕੋਈ ਤੁਸੀਂ ਵਿਚਾਰ ਆਪਣੇ ਵੱਲੋਂ ਵੀ ਮੈਨੂੰ ਜ਼ਰੂਰ ਦੱਸੋ। ਸਵਾਲ ਨੰਬਰ 440 ਇਹਨਾਂ ਨੇ ਆਪ ਹੀ ਬੋਲ ਕੇ ਤੁਹਾਡੇ ਸਾਹਮਣੇ ਆਪਣਾ ਸਵਾਲ ਰੱਖ ਦਿੱਤਾ ਹੈ। ਇਹਨਾਂ ਦਾ ਸਵਾਲ ਹੈ ਕਿ ਅਸੀਂ ਭਗਤ ਸਾਹਿਬਾਨਾਂ ਨੂੰ ਵੀ ਵੱਧ ਤੋਂ ਵੱਧ ਆਦਰ ਸਤਿਕਾਰ ਦਈਏ, ਜਦੋਂ ਕਿ ਗੁਰੂ ਸਾਹਿਬਾਨਾਂ ਨੂੰ ਤਾਂ ਆਦਰ ਬਹੁਤ ਦਿੱਤਾ ਜਾਂਦਾ ਹੈ, ਪਰ ਭਗਤ ਸਾਹਿਬਾਨਾਂ ਨੂੰ ਓਨਾ ਆਦਰ ਨਹੀਂ ਦਿੱਤਾ ਜਾਂਦਾ। ਸੱਚ ਇਹ ਨਹੀਂ ਹੈ। ਸਿਰਫ ਕਹਿਣ ਦੇ ਮਾਤਰ ਅਸੀਂ ਗੁਰੂ ਸਾਹਿਬ ਨੂੰ ਵੀ ਪੂਰਾ ਆਦਰ ਨਹੀਂ ਦਿੰਦੇ ਜਿੰਨਾ ਕਿ ਦੇਣਾ ਬਣਦਾ ਸੀ। ਭਾਵ ਸੀ ਕਿ ਉਹਨਾਂ ਦੇ ਕੀਤੇ ਕੰਮਾਂ ਨੂੰ ਅਸੀਂ ਆਪਣੀ ਜ਼ਿੰਦਗੀ 'ਚ ਲਾਗੂ ਕਰਨਾ, ਜੋ ਸਿੱਖਿਆ ਉਹਨਾਂ ਨੇ ਸਾਨੂੰ ਦਿੱਤੀ ਉਹਨੂੰ ਆਪਣੀ ਜ਼ਿੰਦਗੀ 'ਚ ਲਾਗੂ ਕਰਨਾ, ਗੁਰਬਾਣੀ ਦੇ ਅਸੂਲਾਂ ਨੂੰ ਆਪਣੇ ਸਮਾਜ 'ਚ, ਆਪਣੇ ਪਰਿਵਾਰ 'ਚ, ਆਪਣੇ ਆਪ ਦੇ ਉੱਤੇ ਲਾਗੂ ਕਰਨਾ। ਇਸ ਮਾਮਲੇ 'ਚ ਅਸੀਂ ਗੁਰਬਾਣੀ ਨੂੰ ਜਦੋਂ ਸਨਮੁਖ ਰੱਖਿਆ ਹੋਇਆ ਉਹਦੇ ਵਿੱਚ ਰਵਿਦਾਸ ਜੀ, ਕਬੀਰ ਜੀ, ਨਾਮਦੇਵ ਜੀ, ਸਧਨਾ ਜੀ, ਧੰਨਾ ਜੀ, ਸਾਰਿਆਂ ਦੀ ਬਾਣੀ ਮੌਜੂਦ ਹੈ। ਜੇ ਆਦਰ ਦਿੰਦੇ ਹਾਂ ਉਹ ਇਕਸਾਰਤਾ ਦੇ ਨਾਲ ਸਾਰਿਆਂ ਨੂੰ ਆਪਾਂ ਆਦਰ ਦਿੰਦੇ ਹਾਂ। ਰਹੀ ਗੱਲ ਭਗਤ ਸਾਹਿਬਾਨਾਂ ਨੂੰ ਵੱਧ ਆਦਰ ਦੇਣ ਦੀ, ਤੇ ਇਹ ਕਿਸੇ ਇੱਕ ਵਿਅਕਤੀ ਦੇ ਵੱਸ ਦਾ ਕੰਮ ਨਹੀਂ ਹੈ। ਉਹਨਾਂ ਬਾਰੇ ਹੋਰ ਬਹੁਤ ਕਾਰਜ ਹੋਣ ਦੀ ਜ਼ਰੂਰਤ ਹੈ। ਸਾਰੇ ਭਗਤਾਂ ਬਾਰੇ ਪ੍ਰੋਫੈਸਰ ਸਾਹਿਬ ਸਿੰਘ ਨੇ ਕਿਤਾਬਾਂ ਲਿਖੀਆਂ ਨੇ। ਕਬੀਰ ਜੀ ਬਾਰੇ ਇੱਕ ਕਿਤਾਬ ਹੈ, ਰਵਿਦਾਸ ਜੀ ਬਾਰੇ ਇੱਕ, ਨਾਮਦੇਵ ਜੀ ਬਾਰੇ ਇੱਕ। ਜਿਨ੍ਹਾਂ ਭਗਤਾਂ ਦੀ ਬਾਣੀ ਘੱਟ ਹੈ, ਜਿਨ੍ਹਾਂ ਦੀ ਜ਼ਿੰਦਗੀ ਬਾਰੇ ਸਾਨੂੰ ਮੈਟਰ ਘੱਟ ਮਿਲਦਾ ਹੈ ਇਤਿਹਾਸ ਦੇ ਵਿੱਚੋਂ, ਅਤੇ ਉਹਨਾਂ ਬਾਰੇ ਇੱਕ ਸਾਂਝੇ ਤੌਰ 'ਤੇ ਕਿਤਾਬ ਪ੍ਰੋਫੈਸਰ ਸਾਹਿਬ ਸਿੰਘ ਨੇ ਲਿਖੀ ਹੋਈ ਹੈ। ਇਸ ਤਰ੍ਹਾਂ ਹੋਰਨਾਂ ਨੇ ਵੀ ਕੰਮ ਕੀਤਾ, ਪਰ ਇਹ ਕਾਰਜ ਤਾਂ ਸਦਾ ਹੁੰਦੇ ਰਹਿਣਾ ਚਾਹੀਦੇ ਨੇ। ਇੱਥੇ ਨਿਮਰਤਾ ਸਹਿਤ ਬੇਨਤੀ ਇਹ ਹੈ ਕਿ ਅਸਲੀ ਆਦਰ ਗੁਰੂ ਸਾਹਿਬਾਨ ਦਾ ਜਾਂ ਭਗਤ ਸਾਹਿਬਾਨ ਦਾ ਉਹਨਾਂ ਦੇ ਉਪਦੇਸ਼ਾਂ ਨੂੰ ਆਪਣੀ ਜ਼ਿੰਦਗੀ 'ਚ ਲਾਗੂ ਕਰਨ ਦੇ ਨਾਲ ਹੈ। ਹੁਣ ਗੁਰੂ ਸਾਹਿਬ ਨੇ ਤਾਂ ਬਹੁਤ ਦੂਰ ਅੰਦੇਸ਼ੀ ਤੋਂ ਕੰਮ ਲੈ ਕੇ ਰਵਿਦਾਸ ਜੀ, ਕਬੀਰ ਜੀ, ਨਾਮਦੇਵ ਜੀ, ਜਿਨ੍ਹਾਂ ਨੂੰ ਕਿ ਛੋਟੀ ਜਾਤ ਦੇ ਆਖਿਆ ਜਾਂਦਾ ਸੀ, ਉਹਨਾਂ ਨੂੰ ਤਾਂ ਆਪਣਾ ਭਰਾ ਜਾਣ ਕੇ, ਆਪਣੇ ਬਰਾਬਰ ਦੇ ਜਾਣ ਕੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਦੀ ਬਾਣੀ ਨੂੰ ਸ਼ਾਮਲ ਕਰ ਲਿਆ। ਅਤੇ ਸਿੱਖ ਵਿਖਾਵੇ ਦੇ ਤੌਰ 'ਤੇ ਚਾਹੇ ਸ਼ਰਧਾ ਦੇ ਤੌਰ 'ਤੇ ਉਸ ਬਾਣੀ ਨੂੰ, ਜਿਹਦੇ ਵਿੱਚ ਰਵਿਦਾਸ ਦੀ ਬਾਣੀ ਵੀ ਮੌਜੂਦ ਹੈ, 35 ਮਹਾਂਪੁਰਖਾਂ ਦੀ ਬਾਣੀ ਨੂੰ ਮੱਥਾ ਵੀ ਟੇਕਦੇ ਨੇ। ਪਰ ਜਦੋਂ ਜਾਤ ਪਾਤ ਨੂੰ ਤੋੜ ਕੇ ਰਿਸ਼ਤੇ ਨਾਤੇ ਕਰਨ ਦਾ ਮਸਲਾ ਆਵੇ ਤਾਂ ਆਮ ਇਨਸਾਨ ਜਾਤ ਪਾਤ ਨੂੰ ਤੋੜ ਕੇ ਰਿਸ਼ਤੇ ਨਾਤੇ ਕਰਨ ਨੂੰ ਤਿਆਰ ਨਹੀਂ ਹੈ। ਕਿਸੇ ਨੂੰ ਚੂੜਾ, ਚਮਾਰ, ਨਾਈ, ਧੋਬੀ ਕਹਿ ਕੇ ਉਹਨੂੰ ਨਫ਼ਰਤ ਕਰਦਾ, ਜਦੋਂ ਕਿ ਇਹ ਜਾਇਜ਼ ਨਹੀਂ ਹੈ।
ਭਾਰਤ ਦਾ ਸੰਵਿਧਾਨ ਵੀ ਜਾਤ ਪਾਤ ਨੂੰ ਖਤਮ ਕਰਨ ਦੇ ਵਿੱਚ ਪੂਰੀ ਤਰ੍ਹਾਂ ਕਾਮਯਾਬ ਨਹੀਂ ਹੋ ਸਕਿਆ। ਭਾਵੇਂ ਕਾਨੂੰਨ ਤਾਂ ਬਣ ਗਿਆ, ਪਰ ਜਾਤ ਪਾਤ ਅਜੇ ਵੀ ਉਸੇ ਤਰ੍ਹਾਂ ਚੱਲ ਰਹੀ ਹੈ। ਜਿਹੜਾ ਬੰਦਾ ਪੜ੍ਹਾਈ ਲਿਖਾਈ ਵੱਧ ਕਰ ਜਾਂਦਾ ਹੈ, ਚੰਗਾ ਰੁਤਬਾ ਹਾਸਲ ਕਰ ਲੈਂਦਾ ਹੈ, ਚਾਹੇ ਤਾਂ ਉਹ ਰਾਜਨੀਤੀ 'ਚ ਆ ਜਾਵੇ ਅਤੇ ਜਾਂ ਫਿਰ ਉਹ ਕਿਤੇ ਚੰਗੇ ਵੱਡੇ ਅਹੁਦੇ 'ਤੇ ਚਲਾ ਜਾਵੇ, ਉਹਦੀ ਤਾਂ ਕੁਝ ਹੱਦ ਤੱਕ ਜਾਤ ਪਾਤ ਘਟ ਜਾਂਦੀ ਹੈ, ਕਿਉਂਕਿ ਕੁਝ ਲੋਕਾਂ ਨੇ ਉਹਦੇ ਕੋਲੋਂ ਆਪਣੇ ਵਿਗੜੇ ਕੰਮ ਕਰਵਾਉਣੇ ਹੁੰਦੇ ਨੇ, ਸਿਫਾਰਿਸ਼ਾਂ ਲਗਵਾਉਣੀਆਂ ਹੁੰਦੀਆਂ ਨੇ। ਉਹ ਤਾਂ ਉਹਦੇ ਜਾ ਕੇ ਪੈਰੀਂ ਹੱਥ ਵੀ ਲਾਉਂਦੇ ਨੇ, ਪਰ ਆਮ ਇਨਸਾਨ ਜੇ ਛੋਟੀ ਜਾਤ ਦਾ ਹੋਵੇ ਤਾਂ ਉਹਦੇ ਤਾਂ ਕੋਈ ਨੇੜੇ ਜਾਣ ਨੂੰ ਵੀ ਤਿਆਰ ਨਹੀਂ ਹੈ। ਇਹ ਬਹੁਤ ਕੁਝ ਜਿੱਥੇ ਵਿੱਦਿਆ ਨਾਲ ਜੁੜਿਆ ਹੋਇਆ, ਉੱਥੇ ਆਰਥਿਕ ਤੌਰ 'ਤੇ ਮਾਇਆ ਨਾਲ ਵੀ ਮੈਟਰ ਜੁੜਿਆ ਹੋਇਆ। ਜਿਹਦੇ ਕੋਲੇ ਧਨ ਦੌਲਤ ਹੈ, ਵਿੱਦਿਆ ਹੈ ਅਤੇ ਚੰਗਾ ਅਹੁਦਾ ਹੈ, ਉਹਦੀ ਜਾਤ ਪਾਤ ਆਪਣੇ ਆਪ ਖਤਮ ਹੋਣੀ ਸ਼ੁਰੂ ਹੋ ਜਾਂਦੀ ਹੈ। ਪਰ ਜਿਹਦੇ ਕੋਲੇ ਧਨ ਦੌਲਤ ਨਹੀਂ ਹੈ, ਅਹੁਦਾ ਨਹੀਂ ਹੈ, ਵਿੱਦਿਆ ਨਹੀਂ ਹੈ, ਅਤੇ ਉਹਦੀ ਜਾਤ ਪਾਤ ਕਾਇਮ ਰਹਿੰਦੀ ਹੈ। ਇਹ ਤਾਂ ਤੁਸੀਂ ਆਉਣ ਵਾਲੇ ਸਮੇਂ 'ਚ ਦੇਖੋਗੇ, ਜਿਹੜੇ ਖੇਤੀ ਕਰਨ ਵਾਲੇ ਕਿਸਾਨ ਨੇ, ਜਿਹੜੀ ਹਾਲਤ ਅੱਜ ਨਿੱਘਰਦੀ ਇਹਨਾਂ ਦੀ ਜਾ ਰਹੀ ਹੈ, ਇਹਨਾਂ ਦਾ ਵੀ ਆਦਰ ਬਹੁਤਾ ਨਹੀਂ ਰਹਿਣਾ। ਭਾਵੇਂ ਆਪਣਾ ਹੰਕਾਰ ਇਹ ਕਰਦੇ ਰਹਿਣ ਕਿ ਅਸੀਂ ਜੱਟ ਹੁੰਦੇ ਹਾਂ, ਅਸੀਂ ਕਿਸਾਨ ਹੁੰਦੇ ਹਾਂ, ਪਰ ਜੇ ਇਹਨਾਂ ਕੋਲੇ ਚੰਗਾ ਅਹੁਦਾ, ਚੰਗਾ ਰੁਜ਼ਗਾਰ, ਚੰਗੀ ਵਿੱਦਿਆ ਅਤੇ ਆਰਥਿਕ ਪੱਖੋਂ ਮਜ਼ਬੂਤੀ ਆਦਿਕ ਨਾ ਰਹੀ, ਤਾਂ ਇਹਨਾਂ ਦਾ ਵੀ ਲੋਕਾਂ ਦੇ ਵਿੱਚ ਸਤਿਕਾਰ ਨਹੀਂ ਰਹਿਣਾ। ਸੋ ਸਾਰੇ ਇਨਸਾਨਾਂ ਦਾ ਬਰਾਬਰ ਆਦਰ ਸਤਿਕਾਰ ਹੋਣਾ ਚਾਹੀਦਾ ਹੈ। ਭਗਤ ਸਾਹਿਬਾਨਾਂ ਦਾ ਬਹੁਤ ਹੋਣਾ ਚਾਹੀਦਾ ਹੈ, ਗੁਰੂ ਸਾਹਿਬਾਨਾਂ ਦਾ ਬਹੁਤ ਹੋਣਾ ਚਾਹੀਦਾ ਹੈ, ਕਿਉਂਕਿ ਉਹਨਾਂ ਨੇ ਸਾਨੂੰ ਇੱਕ ਨਵੀਂ ਵਿਚਾਰਧਾਰਾ ਦਿੱਤੀ ਹੈ ਅਤੇ ਸਾਨੂੰ ਜ਼ਿੰਦਗੀ ਜਿਉਣ ਦੇ ਢੰਗ ਤਰੀਕੇ ਦੱਸੇ ਨੇ। ਉਹਨਾਂ ਨੇ ਤਾਂ ਮੁਸੀਬਤਾਂ ਵੀ ਸਾਡੇ ਵਾਸਤੇ ਆਪਣੇ ਉੱਤੇ ਝੱਲੀਆਂ ਨੇ। ਬਹੁਤੇ ਗੁਰੂ ਸਾਹਿਬਾਨਾਂ ਨੇ ਅਤੇ ਸਿੱਖਾਂ ਨੇ ਸ਼ਹੀਦੀਆਂ ਤੱਕ ਪਾਈਆਂ ਨੇ, ਉਹ ਵੀ ਮਨੁੱਖਤਾ ਦੇ ਭਲੇ ਵਾਸਤੇ। ਅਸੀਂ ਉਹਨਾਂ ਦੇ ਪਰਉਪਕਾਰ ਨੂੰ ਸਦਾ ਹਿਰਦੇ 'ਚ ਵਸਾ ਕੇ ਰੱਖੀਏ, ਕਦੀਏ ਨਾ ਭੁਲਾਈਏ, ਪਰ ਇਹਨੂੰ ਯਾਦ ਰੱਖਣ ਦਾ ਭਾਵ ਹੈ ਉਹਨਾਂ ਦੇ ਉਪਦੇਸ਼ਾਂ ਦੇ ਅਨੁਸਾਰ ਜ਼ਿੰਦਗੀ ਬਤੀਤ ਕਰਨੀ। ਜਿਹੜੇ ਆਖੇ ਜਾਂਦੇ ਛੋਟੀ ਜਾਤਾਂ ਦੇ ਭੈਣ ਭਰਾ ਨੇ, ਉਹਨਾਂ ਨੂੰ ਵੀ ਰਵਿਦਾਸ ਦੀ ਬਾਣੀ ਬਾਰੇ ਓਨਾ ਕੀ ਪਤਾ ਹੈ ਜਿੰਨਾ ਕੁ ਆਮ ਸਿੱਖਾਂ ਨੂੰ, ਬਾਕੀਆਂ ਨੂੰ ਪਤਾ ਹੈ। ਨਾਮਦੇਵ ਜੀ, ਕਬੀਰ ਜੀ ਕੀ ਕਹਿੰਦੇ ਨੇ, ਅਤੇ ਉਹ ਸ਼ੂਦਰਾਂ ਨੂੰ ਵੀ ਨਹੀਂ ਪਤਾ ਉਹਦੇ ਬਾਰੇ, ਅਤੇ ਆਮ ਲੋਕਾਂ ਨੂੰ, ਸਿੱਖਾਂ ਨੂੰ ਜਿਹੜੇ ਮੱਥਾ ਟੇਕਦੇ ਨੇ ਗੁਰੂ ਗ੍ਰੰਥ ਸਾਹਿਬ ਨੂੰ, ਉਹਨਾਂ ਨੂੰ ਵੀ ਬਹੁਤਾ ਨਹੀਂ ਪਤਾ। ਸੋ ਮਸਲਾ ਹੈ ਗੁਰਬਾਣੀ ਨੂੰ ਸਮਝਣ ਦਾ, ਵਿਚਾਰਨ ਦਾ, ਜ਼ਿੰਦਗੀ ਨੂੰ ਲਾਗੂ ਕਰਨ ਦਾ। ਅਸਲੀ ਸਤਿਕਾਰ ਤਾਂ ਇਹਨਾਂ ਮਹਾਂਪੁਰਖਾਂ ਦਾ ਤਾਂ ਹੀ ਹੋਵੇਗਾ ਜਦੋਂ ਇਹਨਾਂ ਦੀ ਵਿਚਾਰਧਾਰਾ ਸਮਾਜ ਦੇ ਵਿੱਚ ਲਾਗੂ ਕਰਾਂਗੇ ਅਤੇ ਇਹਨਾਂ ਦੇ ਆਖੇ ਅਨੁਸਾਰ ਆਪਾਂ ਜ਼ਿੰਦਗੀ ਬਤੀਤ ਕਰਾਂਗੇ, ਵਿਕਾਰਾਂ ਤੋਂ ਬਚਾਂਗੇ, ਨਸ਼ਿਆਂ ਤੋਂ ਬਚਾਂਗੇ, ਜਾਤ ਪਾਤ ਦੇ ਕੋੜ ਨੂੰ ਆਪਣੇ ਗਲੋਂ ਲਾਹ ਦੇਵਾਂਗੇ ਅਤੇ ਬਰਾਬਰਤਾ ਦਾ ਪੈਗਾਮ ਸਾਰੀ ਦੁਨੀਆ 'ਚ ਪਹੁੰਚਾਵਾਂਗੇ, ਤਾਂ ਫਿਰ ਅਸੀਂ ਸੱਚੀ ਮੁੱਚੀ ਦੇ ਸਿੱਖ ਅਖਵਾਉਣ ਦੇ ਦਾਅਵੇਦਾਰ ਬਣਾਂਗੇ। ਨਹੀਂ ਤਾਂ ਹਾਲੀ ਤੱਕ ਕਥਾਵਾਂ ਬਹੁਤ ਹੁੰਦੀਆਂ ਨੇ, ਲੈਕਚਰ ਬਹੁਤ ਹੁੰਦੇ ਨੇ, ਸੈਮੀਨਾਰ ਬਹੁਤ ਹੁੰਦੇ ਨੇ, ਕਿਤਾਬਾਂ ਬਹੁਤ ਲਿਖੀਆਂ ਜਾਂਦੀਆਂ ਨੇ, ਪਰ ਸਾਡੇ ਵਿੱਚ ਨਫ਼ਰਤ, ਪਾਟੋ ਧਾੜ, ਅਗਿਆਨਤਾ, ਅੰਧ ਵਿਸ਼ਵਾਸ, ਇਹ ਸਾਰਾ ਕੁਝ ਉਸੇ ਤਰ੍ਹਾਂ ਹੀ ਚੱਲਿਆ ਆ ਰਿਹਾ। ਸੋ ਇਹਦੇ ਤੋਂ ਬਚਣ ਦੀ ਲੋੜ ਹੈ। ਗਿਆਨ ਦਾ ਚਾਨਣ ਉਹਨਾਂ ਮਹਾਂਪੁਰਖਾਂ ਨੇ ਵੰਡਿਆ ਸੀ। ਆਪਾਂ ਗਿਆਨ ਦੇ ਚਾਨਣ ਦੇ ਨਾਲ ਆਪਣੀ ਜ਼ਿੰਦਗੀ ਰੁਸ਼ਨਾਉਣੀ ਹੈ ਅਤੇ ਆਪਣੇ ਸਮਾਜ ਨੂੰ ਸੋਹਣਾ ਬਣਾਉਣ ਦੇ ਵਿੱਚ ਆਪਣਾ ਯੋਗਦਾਨ ਪਾਉਣਾ ਹੈ। ਪਰ ਇਹ ਤਾਂ ਹੋਵੇਗਾ ਜੇ ਅਸੀਂ ਪਹਿਲਾਂ ਆਪ ਗਿਆਨਵਾਨ ਹੋਵਾਂਗੇ। ਗਿਆਨਵਾਨ ਇਨਸਾਨ ਹੀ ਦੂਜਿਆਂ ਨੂੰ ਗਿਆਨ ਦੇ ਸਕਦਾ ਹੈ। ਅੰਧ ਵਿਸ਼ਵਾਸੀ ਬੰਦਾ ਦੂਜਿਆਂ ਨੂੰ ਅੰਧ ਵਿਸ਼ਵਾਸੀ ਵੰਡੇਗਾ, ਕਿਉਂਕਿ ਜਿਹੜੀ ਚੀਜ਼ ਉਹਦੇ ਕੋਲੇ ਆਪਣੇ ਕੋਲੇ ਹੈ ਉਹੀ ਦੂਜਿਆਂ ਨੂੰ ਦੇਵੇਗਾ। ਅਤੇ ਇਸ ਕਰਕੇ ਸਾਡੇ ਵਾਸਤੇ ਗਿਆਨਵਾਨ ਬਣਨਾ, ਅਕਲਮੰਦ ਬਣਨਾ, ਹਿੰਮਤੀ ਉਦਮੀ ਬਣਨਾ, ਪਰਉਪਕਾਰੀ ਬਣਨਾ, ਇਹ ਬਹੁਤ ਜ਼ਰੂਰੀ ਹੈ। ਤਾਂ ਹੀ ਅਸੀਂ ਇਹਨਾਂ ਮਹਾਂਪੁਰਖਾਂ ਦੇ ਪਦ ਚਿੰਨ੍ਹਾਂ 'ਤੇ ਚੱਲ ਸਕਾਂਗੇ, ਇਹਨਾਂ ਦੇ ਪੈਰੋਕਾਰ ਆਪਾਂ ਆਪਣੇ ਆਪ ਨੂੰ ਅਖਵਾ ਸਕਾਂਗੇ। ਇਤਨੇ ਕੁ ਬਚਨ ਪ੍ਰਵਾਨ ਕਰਨੇ। ਉਮੀਦ ਹੈ ਤੁਸੀਂ ਇਸੇ ਤਰ੍ਹਾਂ ਇਸ ਸਾਰੇ ਸਵਾਲ ਜਵਾਬ ਦੇ ਜੋ ਐਪੀਸੋਡ ਨੇ ਇਹਨਾਂ ਨੂੰ ਪਸੰਦ ਕਰਦੇ ਰਹੋਗੇ। ਜਿਵੇਂ ਕਿ ਬੜੇ ਲੰਮੇ ਸਮੇਂ ਤੋਂ ਆਪਾਂ ਇਹ ਐਪੀਸੋਡ ਤੁਹਾਡੇ ਸਾਹਮਣੇ ਰੱਖਦੇ ਆ ਰਹੇ ਹਾਂ ਅਤੇ ਤੁਸੀਂ ਇਹ ਸਵਾਲ ਭੇਜ ਰਹੇ ਹੋ, ਜਵਾਬ ਦੇਣ ਦਾ ਉਪਰਾਲਾ ਅਸੀਂ ਕਰ ਰਹੇ ਹਾਂ। ਸਾਰੀ ਟੀਮ ਇਹਦੇ 'ਤੇ ਆਪੋ ਆਪਣਾ ਯੋਗਦਾਨ ਪਾ ਰਹੀ ਹੈ ਅਤੇ ਤੁਸੀਂ ਇਸੇ ਤਰ੍ਹਾਂ ਸਵਾਲ ਵੀ ਭੇਜਣੇ ਅਤੇ ਨਾਲ ਨਾਲ ਉਹਨਾਂ ਸਵਾਲਾਂ ਨੂੰ ਸਮਝਣ ਦਾ ਵੀ ਯਤਨ ਕਰਨਾ, ਜ਼ਿੰਦਗੀ 'ਚ ਲਾਗੂ ਕਰਨ ਦਾ ਵੀ ਯਤਨ ਕਰਨਾ, ਅਤੇ ਫਿਰ ਨਾਲ ਨਾਲ ਸਾਡਾ ਮਾਨਸਿਕ ਵਿਕਾਸ ਵੀ ਹੋਵੇ, ਇਹ ਵੀ ਉਪਰਾਲਾ ਕਰਦੇ ਰਹਿਣਾ। ਸਟੱਡੀ ਜ਼ਰੂਰ ਕਰਨਾ, ਗੁਰਬਾਣੀ ਸਮਝ ਕੇ ਜ਼ਰੂਰ ਪੜ੍ਹਨੀ ਅਤੇ ਆਪਣੀ ਜ਼ਿੰਦਗੀ 'ਚ ਇਹਨਾਂ ਅਸੂਲਾਂ ਨੂੰ ਜ਼ਰੂਰ ਲਾਗੂ ਕਰਨਾ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।